अस्सलाम वालेकुम। मैं तुहाडी होस्ट मेज़बान जिले हुमा ते तुसी सुन रहे हो इस टाइम यूनिवर्सिटी टाइम FM 99.4 पंजाब रंग रावलपिंडी ते ਜਿਹੜਾ ਇਹ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਇਹ ਰੇਡੀਓ ਦੇ ਬਾਰੇ 'ਚ ਜਿਹੜੇ ਮੀਡੀਅਮ 'ਤੇ ਅਸੀਂ ਬੈਠੇ ਹਾਂ ਇਹਦੀ ਅਫਾਦੀਅਤ ਦੇ ਬਾਰੇ 'ਚ ਇਹਦੀ ਅਹਿਮੀਅਤ ਦੇ ਬਾਰੇ 'ਚ ਤੇ ਸਪੈਸ਼ਲੀ ਜਿਹੜਾ ਮੌਜੂਦਾ ਦੌਰ ਵਿੱਚ ਜਿਹੜਾ ਅਸੀਂ ਇੱਕ ਹਲਾ ਵੇਖਿਆ ਕਮਿਊਨੀਕੇਸ਼ਨ ਦਾ ਪੈਂਡੈਮਿਕ ਦੀ ਸੂਰਤ ਵਿੱਚ ਤੇ ਪੈਂਡੈਮਿਕ ਆਉਣ ਤੋਂ ਬਾਅਦ ਇਹਦੇ ਵਿੱਚ ਕਮਿਊਨੀਕੇਸ਼ਨ ਦਾ ਕੀ ਰੋਲ ਰਿਹਾ ਹੈ ਤੇ ਕਮਿਊਨੀਕੇਸ਼ਨ ਨੂੰ ਕਿਸ ਤਰ੍ਹਾਂ ਡਾਇਵਰਟ ਹੋਈ ਹੈ ਚੇਂਜ ਹੋਈ ਹੈ ਕਿਸ ਤਰ੍ਹਾਂ ਕਮਿਊਨੀਕੇਸ਼ਨ ਸਾਡੀ ਤੇ ਡਿਫਰੈਂਟ ਇਹਦੇ ਵਿੱਚ ਟੈਕਨੋਲੋਜੀਜ਼ ਨੇ ਜਿਨ੍ਹਾਂ ਨੂੰ ਯੂਜ਼ ਕੀਤਾ ਗਿਆ ਕਮਿਊਨੀਕੇਟ ਕਰਨੇ ਵਾਸਤੇ ਸਪੈਸ਼ਲੀ ਸਾਡੀ ਸਕੂਲ ਯੂਨੀਵਰਸਿਟੀਆਂ ਤਾਲੀਮੀ ਇਦਾਰੇ ਨੇ ਜਿਹੜੇ ਇਹਨਾਂ ਨੇ ਡਿਫਰੈਂਟ ਤਜਰਬੇ ਕੀਤੇ ਨੇ ਕੁਝ ਤਜਰਬੇ ਇਹਨਾਂ 'ਚ ਕਾਮਯਾਬ ਹੋਏ ਨੇ ਕੁਝ ਤਜਰਬੇ ਇਹਦੇ 'ਚ ਫੇਲ ਵੀ ਹੋ ਗਏ ਨੇ ਤੇ ਇਹਦੇ ਵਿੱਚ ਜਿਹੜਾ ਇਹ ਰੇਡੀਓ ਦਾ ਕੀ ਰੋਲ ਰਿਹਾ ਹੈ ਤੇ ਰੇਡੀਓ ਦੀ ਕੀ ਅਹਿਮੀਅਤ ਰਹੀ ਹੈ ਤੇ ਰੇਡੀਓ ਕਿਸ ਤਰ੍ਹਾਂ ਜਿਹੜਾ ਹੈ ਆਪਣਾ ਰੋਲ ਪਲੇ ਕਰ ਸਕਦਾ ਹੈ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ। ਮੇਰਾ ਖਿਆਲ ਹੈ ਕਿ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨ ਤੋਂ ਪਹਿਲਾਂ ਅਸੀਂ ਇੱਕ ਸੂਫੀ ਕਲਾਮ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਮੁੜ ਕੇ ਵਾਪਸ ਆਉਂਦੇ ਹਾਂ ਤੇ ਫਿਰ ਅਸੀਂ ਇਨਸ਼ਾਅੱਲਾ ਗੱਲ ਕਰਾਂਗੇ ਤਫਸੀਲ ਨਾਲ ਕਿ ਰੇਡੀਓ ਜਿਹੜਾ ਹੈ ਇਹਦੇ ਤੇ ਕਿਸ ਤਰ੍ਹਾਂ ਰਿਸਰਚ ਹੋ ਰਹੀ ਹੈ ਮੁਖਤਲਿਫ ਲੈਵਲ ਤੇ ਬੈਨ ਅਲ-ਅਕਵਾਮੀ ਸਤਹ ਤੇ ਜਿਹੜਾ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਕਲਚਰਲ ਆਰਗੇਨਾਈਜੇਸ਼ਨ ਹੈ ਇਹ ਕਿਸ ਤਰ੍ਹਾਂ ਵਧਾ ਰਹੀ ਹੈ ਕਿ ਜਿਹੜਾ ਰੇਡੀਓ ਹੈ ਇਹਨੂੰ ਮਜ਼ੀਦ ਬਿਹਤਰੀ ਵਾਸਤੇ ਤੇ ਮਜ਼ੀਦ ਜਿਹੜਾ ਹੈ ਇਨੋਵੇਸ਼ਨ ਵਾਸਤੇ ਤੇ ਮਜ਼ੀਦ ਜਿਹੜਾ ਹੈ ਬਿਹਤਰ ਕਮਿਊਨੀਕੇਸ਼ਨ ਵਾਸਤੇ ਇਹਨੂੰ ਅਸੀਂ ਜਿਹੜਾ ਯੂਜ਼ ਕੀਤਾ ਜਾਏ ਤੇ ਇਹਦੇ ਤੇ ਤਜਰਬਾਤ ਕੀਤੇ ਜਾਣ। ਇਸ ਸਿਲਸਿਲੇ ਵਿੱਚ ਅਸੀਂ ਗੱਲ ਕਰਾਂਗੇ ਕਿ ਆਉਣ ਵਾਲੇ ਦੌਰ ਵਿੱਚ ਸਪੇਨ ਤੇ ਫਰਾਂਸ ਵਿੱਚ ਇੱਕ ਕਾਨਫਰੰਸ ਵੀ ਹੋ ਰਹੀ ਹੈ ਜਿਹਦੇ ਵਿੱਚ ਰੇਡੀਓ ਦੀ ਅਹਿਮੀਅਤ ਤੇ ਅਫਾਦੀਅਤ ਦੇ ਬਾਰੇ ਵਿੱਚ ਮੁਖਤਲਿਫ ਜਿਹੜਾ ਇਹ ਸਕਾਲਰਸ ਤੇ ਮਿਲ ਬੈਠਣਗੇ ਤੇ ਉਹ ਜਿਹੜਾ ਗੱਲ ਕਰਨਗੇ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲ ਨੂੰ ਅੱਗੇ ਵਧਾਈਏ ਅਸੀਂ ਇੱਕ ਜਿਹੜਾ ਸੂਫੀਆਨਾ ਕਲਾਮ ਸੁਣਨੇ ਆ ਤੇ ਉਸ ਤੋਂ ਬਾਅਦ ਅਸੀਂ ਮੁੜ ਕੇ ਵਾਪਸ ਆਵਾਂਗੇ ਤੇ ਫਿਰ ਇਨਸ਼ਾਅੱਲਾ ਤੁਹਾਨੂੰ ਜੁਆਇਨ ਕਰਾਂਗੇ FM ਰੇਡੀਓ 99.4। ਅਸੀਂ ਮੁੜ ਕੇ ਵਾਪਸ ਆ ਗਏ ਆ। ਤੁਸੀਂ ਇੱਕ ਸੋਹਣਾ ਜਿਹਾ ਸੂਫੀਆਨਾ ਕਲਾਮ ਸੁਣਿਆ ਤੇ ਜਿਹੜਾ ਇਹ ਮੈਂ ਤੁਹਾਡੀ ਮੇਜ਼ਬਾਨ ਜ਼ਿਲੇ ਹੁਮਾ ਤੁਸੀਂ ਸੁਣ ਰਹੇ ਹੋ ਯੂਨੀਵਰਸਿਟੀ ਟਾਈਮ FM ਪੰਜਾਬ ਰੰਗ 99.4 ਜਿੱਥੇ ਜਿੱਥੇ ਵੀ ਲੋਕ ਸਾਨੂੰ ਰਾਵਲਪਿੰਡੀ ਇਸਲਾਮਾਬਾਦ ਵਿੱਚ ਦੂਰ ਦਰਾਜ਼ ਸੁਣ ਰਹੇ ਨੇ ਉਹਨਾਂ ਸਾਰਿਆਂ ਲੋਕਾਂ ਨੂੰ ਜੀ ਆਇਆਂ ਨੂੰ ਤੇ ਨਾਲੇ ਮੈਂ ਦੱਸਦੀ ਚੱਲਾਂ ਕਿ ਅਸੀਂ ਅੱਜ ਜਿਹੜੀ ਗੱਲ ਕਰ ਰਹੇ ਹਾਂ ਜਿਹੜਾ ਮੌਜੂ ਜਿਹੜਾ ਟੌਪਿਕ ਹੈ ਸਾਡਾ ਉਹ ਹੈ ਬੇਸਿਕਲੀ ਕਿ ਰੇਡੀਓ ਨੂੰ ਅਸੀਂ ਕਿਸ ਤਰ੍ਹਾਂ ਮਜ਼ੀਦ ਬਿਹਤਰ ਬਣਾ ਸਕਦੇ ਹਾਂ ਤੇ ਕਮਿਊਨੀਕੇਸ਼ਨ ਵਾਸਤੇ ਮਜ਼ੀਦ ਬਿਹਤਰ ਕਮਿਊਨੀਕੇਸ਼ਨ ਵਾਸਤੇ ਇਹਨੂੰ ਯੂਟਿਲਾਈਜ਼ ਕਰ ਸਕਦੇ ਹਾਂ ਜਿਹੜਾ ਕਿ ਮੇਰਾ ਹਾਲੇ ਅੱਜ ਕੱਲ੍ਹ ਦੇ ਦੌਰ ਵਿੱਚ ਥੋੜ੍ਹਾ ਮਾਦੂਮ ਹੁੰਦਾ ਜਾ ਰਿਹਾ ਕਿਉਂਕਿ ਯੂਜੂਅਲੀ ਹੁਣ ਵੇਖਿਆ ਗਿਆ ਹੈ ਮੇਰਾ ਆਪਣਾ ਵੀ ਮੁਸ਼ਾਹਿਦਾ ਹੈ ਕਿ ਵੇਖਿਆ ਮੈਂ ਕਿ ਜਿਹੜਾ ਰੇਡੀਓ ਹੈ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ ਗੱਡੀ 'ਚ ਅਸੀਂ ਲਾ ਲੈਂਦੇ ਹਾਂ ਸੁਣ ਲੈਂਦੇ ਹਾਂ ਜਿਵੇਂ ਦਿਲ ਕਰਦਾ ਜਾਂ ਜਿਸ ਟਾਈਮ ਅਸੀਂ ਡਰਾਈਵ ਕਰ ਰਹੇ ਹੁੰਦੇ ਹਾਂ ਤੇ ਉਸ ਟਾਈਮ ਅਸੀਂ ਕੋਈ ਨਾ ਕੋਈ ਕੰਟੈਂਟ ਜਿਹੜਾ ਵੀ ਸਾਡੀ ਚੱਲ ਰਿਹਾ ਹੁੰਦਾ ਹੈ ਉਹ ਸਾਨੂੰ ਪਤਾ ਚੱਲ ਜਾਂਦਾ ਕੋਈ ਬੁਲੇਟਿਨ ਸੁਣ ਲੈਂਦੇ ਹਾਂ ਹੈਡਲਾਈਨ ਸੁਣ ਲੈਂਦੇ ਹਾਂ ਇਸ ਤੋਂ ਜ਼ਿਆਦਾ ਅਸੀਂ ਸ਼ਾਇਦ ਇਹਦੀ ਅਫਾਦੀਅਤ ਜਾਂ ਨੂੰ ਉਸ ਤਰ੍ਹਾਂ ਅਸੀਂ ਐਕਨੋਲੇਜ ਨਹੀਂ ਕਰਦੇ ਪਏ ਹੈ ਇਸ ਟਾਈਮ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਕਰਨਾ ਚਾਹੀਦਾ ਜਾਂ ਜਿਸ ਤਰ੍ਹਾਂ ਇਹਦੀ ਜ਼ਰੂਰਤ ਹੈ। ਦੇਖੋ ਗੱਲ ਕਰੀਏ ਜੇ ਕਰੋਨਾ ਤੇ ਜਾਂ ਪੈਂਡੈਮਿਕ ਜਿਹੜਾ ਹੋਇਆ 2019 ਇਹਦੇ ਵਿੱਚ ਕਹਿ ਲਓ ਕਿ ਡਿਜੀਟਲ ਡਿਵਾਈਡ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਸਾਡੀਆਂ ਸਹੂਲਤਾਂ ਨੇ ਉਹਨਾਂ ਦੀ ਤਕਸੀਮ ਹੈ ਜਿਹੜੀ ਉਹ ਬੜੀ ਖੁੱਲ੍ਹ ਕੇ ਸਾਹਮਣੇ ਆਈ ਕਿਉਂਕਿ ਤਾਲੀਮੀ ਇਦਾਰੇ ਨੇ ਜਿਹੜੇ ਉਹ ਮੁਖਤਲਿਫ ਤਾਲੀਮੀ ਇਦਾਰੇ ਨੇ ਜਿਹੜੇ ਉਹਨਾਂ ਆਪਣੀ ਆਨਲਾਈਨ ਐਜੂਕੇਸ਼ਨ ਸਟਾਰਟ ਕੀਤੀ ਤੇ ਆਨਲਾਈਨ ਐਜੂਕੇਸ਼ਨ ਲਈ ਮੁਖਤਲਿਫ ਸਾਨੂੰ ਇਕਵਿਪਮੈਂਟ ਚਾਹੀਦਾ ਸੀ ਮੁਖਤਲਿਫ ਸਾਨੂੰ ਚਾਹੀਦੇ ਸੀ ਲਵਾਜ਼ਮਾਤ ਉਹਦੇ ਬਹੁਤ ਜ਼ਿਆਦਾ ਸੀ ਸਾਨੂੰ ਉਹਦੇ ਬਾਅਦ ਇੰਟਰਨੈਟ ਚਾਹੀਦਾ ਸੀ ਸਾਨੂੰ ਲੈਪਟਾਪ ਚਾਹੀਦਾ ਸੀ ਪਲੱਸ ਸਾਨੂੰ ਆਡੀਓ ਵਿਜ਼ੂਅਲਸ ਚਾਹੀਦੇ ਸੀ ਪਲੱਸ ਸਾਨੂੰ ਉਹਦੇ ਬਾਅਦ ਤੇ ਮੋਬਾਈਲ ਫੋਨ ਜਾਂ ਡਿਵਾਈਸ ਚਾਹੀਦੀ ਸੀ ਜਿਹਦੇ ਥਰੂ ਅਸੀਂ ਕਨੈਕਟ ਹੋ ਸਕੀਏ। ਇਹਦੇ ਕੰਪੈਰੀਜ਼ਨ ਜੇ ਇਹਦਾ ਕੰਪੈਰੀਜ਼ਨ ਅਸੀਂ ਕਰੀਏ ਰੇਡੀਓ ਨਾਲ ਜਿਹਨੂੰ ਕਿ ਅਸੀਂ ਯੂਜੂਅਲੀ ਕਹਿੰਦੇ ਹਾਂ ਕਿ ਟ੍ਰੈਡੀਸ਼ਨਲ ਕਮਿਊਨੀਕੇਸ਼ਨ ਹੈ ਜਾਂ ਇੱਕ ਪੁਰਾਣਾ ਤਰੀਕਾ ਹੈ ਕਮਿਊਨੀਕੇਟ ਕਰਨ ਦਾ ਕਿਉਂਕਿ ਹੁਣ ਤਾਂ ਅਸੀਂ ਇੰਟਰਨੈਟ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਅੱਗੇ ਲੰਘ ਆਏ ਵਿਚੁਅਲ ਵਰਲਡ ਦੀ ਵਜ੍ਹਾ ਤੋਂ ਤੇ ਰੇਡੀਓ ਹੈ ਜਿਹੜਾ ਇਹਨੂੰ ਇਹਦੇ 'ਚ ਸਾਨੂੰ ਥੋੜ੍ਹਾ ਇਕਵਿਪਮੈਂਟ ਚਾਹੀਦਾ ਸੀ ਥੋੜ੍ਹੇ ਲਵਾਜ਼ਮਾਤ ਚਾਹੀਦੇ ਸੀ ਸਿੰਪਲੀ ਸਾਨੂੰ ਅਗਰ ਆਡੀਓ ਜਿਹੜੀ ਉਹ ਨਸ਼ਰ ਕੀਤੀ ਜਾਂਦੀ ਹੈ ਤੇ ਉਹ ਵੀ ਲਰਨਿੰਗ ਵਾਸਤੇ ਯੂਜ਼ ਹੋ ਸਕਦੀ ਹੈ ਬਲਕਿ ਇਹਦੇ ਤੇ ਬੈਨ ਅਲ-ਅਕਵਾਮੀ ਸਤਹ 'ਤੇ ਬੜਾ ਕੰਮ ਹੋ ਰਿਹਾ ਬੜੀ ਰਿਸਰਚ ਹੋ ਰਹੀ ਹੈ ਕਿ ਕਿਸ ਤਰ੍ਹਾਂ ਰੇਡੀਓ ਹੈ ਜਿਹੜਾ ਇਹਨੂੰ ਯੂਜ਼ ਕੀਤਾ ਗਿਆ ਪੈਂਡੈਮਿਕ 'ਚ ਅਤੇ ਕਿਸ ਤਰ੍ਹਾਂ ਇਹਨੂੰ ਬਿਹਤਰ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਸੀ। ਈਵਨ ਇਹਦੇ 'ਤੇ ਕਾਨਫਰੰਸਿਸ ਹੋ ਰਹੀਆਂ ਨੇ ਇਹਦੇ 'ਤੇ ਲੋਕ ਜਿਹੜੇ ਰੇਡੀਓ ਨੂੰ ਸੁਣਨ ਵਾਲੇ ਸਮਝਣ ਵਾਲੇ ਲੋਕ ਨੇ ਉਹ ਮਿਲ ਬੈਠ ਕੇ ਅਤੇ ਇਹਦੇ 'ਤੇ ਗੁਫ਼ਤੋ-ਸ਼ਨੀਦ ਕਰਨਾ ਚਾਹੁੰਦੇ ਨੇ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਬੈਟਰ ਕਰ ਸਕਦੇ ਹਾਂ ਕਿਉਂਕਿ ਦੇਖੋ ਨਾ ਟੀਵੀ ਹੈ ਟੀਵੀ 'ਤੇ ਵੀ ਤੁਹਾਨੂੰ ਵਿਜ਼ੂਅਲ ਚਾਹੀਦਾ ਉਸ ਵਿਜ਼ੂਅਲ ਨੂੰ ਪ੍ਰੋਡਿਊਸ ਕਰਨ ਵਾਸਤੇ ਤੁਹਾਨੂੰ ਕੈਮਰਾ ਵੀ ਚਾਹੀਦਾ ਹੈ ਤੁਹਾਨੂੰ ਉਹਦੇ ਵਾਸਤੇ ਮਾਈਕ ਵੀ ਚਾਹੀਦਾ ਤੁਹਾਨੂੰ ਉਹਦੇ ਵਾਸਤੇ ਸਟੂਡੀਓ ਵੀ ਚਾਹੀਦਾ ਲੇਕਿਨ ਉਹਦੇ ਕੰਪੈਰੀਜ਼ਨ ਤੇ ਸਾਨੂੰ ਬਗੈਰ ਕੈਮਰੇ ਤੋਂ ਜੇ ਮਾਈਕ ਨਾਲ ਹੀ ਸਾਨੂੰ ਇੱਕ ਚੀਜ਼ ਸਹੂਲਤ ਲੱਭ ਰਹੀ ਹੈ ਤੇ ਸਾਨੂੰ ਉਹਦੇ ਤੋਂ ਇਫਾਦਾ ਕਰਨਾ ਚਾਹੀਦਾ ਸਾਨੂੰ ਉਹਨੂੰ ਫਾਇਦਾ ਚੁੱਕਣਾ ਚਾਹੀਦਾ
ਤੇ ਇਸ ਚੀਜ਼ ਤੇ ਜਿਹੜਾ ਹੈ ਮੁxtਲਿਫ ਕਾਨਫਰੰਸਾਂ ਹੋ ਰਹੀਆਂ ਨੇ, ਇੰਟਰਨੈਸ਼ਨਲ ਲੈਵਲ ਤੇ ਬਹੁਤ ਜ਼ਿਆਦਾ ਐਫਰਟਸ ਹੋ ਰਹੀਆਂ ਨੇ। ਤੇ ਈਵਨ ਜੇ ਅਸੀਂ ਅਫਰੀਕਾ ਨੂੰ ਵੇਖੀਏ ਤੇ ਅਫਰੀਕਾ ਦੇ ਬਾਰੇ 'ਚ ਮੈਂ ਇੱਕ ਰਿਸਰਚ ਪੜ੍ਹ ਰਹੀ ਸੀ, ਉਹਦੇ ਵਿੱਚ ਲਿਖਿਆ ਸੀ ਕਿ ਜਿਹੜਾ ਅਫਰੀਕੀ ਮਮਾਲਕ ਨੇ ਇਹਨਾਂ ਨੇ ਆਨਲਾਈਨ ਐਜੂਕੇਸ਼ਨ ਵਿੱਚ ਸਭ ਤੋਂ ਜ਼ਿਆਦਾ ਓਪਨ ਹੋ ਕੇ ਸਾਹਮਣੇ ਆਏ ਨੇ। ਮਤਲਬ ਅਸੀਂ ਫਿਰ ਰਿਲਕਟੈਂਟ ਹਾਂ ਕਿ ਜਿਹੜਾ ਕੋਈ ਕਹਿੰਦਾ ਜੀ ਆਨਲਾਈਨ ਐਜੂਕੇਸ਼ਨ ਹੋਣੀ ਚਾਹੀਦੀ, ਕੋਈ ਕਹਿੰਦਾ ਨਹੀਂ ਹੋਣੀ ਚਾਹੀਦੀ। ਤੇ ਆਨਲਾਈਨ ਐਜੂਕੇਸ਼ਨ ਨੂੰ ਜਾਂ ਆਨਲਾਈਨ ਕਮਿਊਨੀਕੇਸ਼ਨ ਨੂੰ ਅਡਾਪਟ ਕਰਨ ਵਿੱਚ ਅਸੀਂ ਬਹੁਤ ਜ਼ਿਆਦਾ ਹੈਜ਼ੀਟੈਂਟਸ ਹਾਂ ਤੇ ਸਾਨੂੰ ਬਹੁਤ ਟਾਈਮ ਲਾਇਆ। ਸਾਡੇ ਕੰਪੈਰੀਜ਼ਨ 'ਚ ਅਗਰ ਅਫਰੀਕਾ ਨੂੰ ਵੇਖਿਆ ਜਾਏ ਨਾ, ਤੇ ਅਫਰੀਕਾ ਦੀ ਜਿਹੜੀ 70% ਆਬਾਦੀ ਹੈ ਉਹਨੇ ਫੌਰਨ ਆਨਲਾਈਨ ਕਮਿਊਨੀਕੇਸ਼ਨ ਨੂੰ ਚੁੱਕ ਲਿਆ। ਤੇ ਜਿਹੜਾ ਅਸੀਂ ਬਹੁਤ ਬਾਅਦ ਵਿੱਚ ਚੁੱਕੇ ਆ। ਅਸੀਂ ਤਾਂ ਕੋਈ ਬੱਚਿਆਂ ਦਾ ਪੂਰਾ ਇੱਕ ਸਮੈਸਟਰ ਇਸ ਤਰ੍ਹਾਂ ਜ਼ਾਇਆ ਕੀਤਾ, ਉਸ ਤੋਂ ਬਾਅਦ ਅਸੀਂ ਆਨਲਾਈਨ ਐਜੂਕੇਸ਼ਨ ਵੱਲ ਆਏ ਹਾਂ। ਤੇ ਇਹਦੇ ਵਿੱਚ ਜਿਹੜੇ ਜਿੰਨੇ ਵੀ ਰੇਡੀਓ ਨੂੰ ਤੇ ਗੱਲਬਾਤ ਕਰਨ ਲਈ ਜਿਹੜਾ ਹੈ ਰੇਡੀਓ ਦੇ ਐਕਸਪਰਟ ਨੇ ਜਿਹੜੇ ਸਾਰੇ ਮਿਲ ਬੈਠ ਰਹੇ ਨੇ, ਪਲੱਸ ਜਿਹੜਾ ਹੈ ਨਾ ਤੁਸੀਂ ਹੁਣ ਇਸ ਟਾਈਮ ਦੇ ਮੈਸ ਕਮਿਊਨੀਕੇਸ਼ਨ ਰਿਸਰਚਰਸ ਨੇ ਜਿਹੜੇ, ਉਹਨਾਂ ਨੂੰ ਤੁਸੀਂ ਫੋਲੋ ਜੇ ਕਰੋ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਰਿਵਾਈਵਲ ਹੋ ਰਿਹਾ। ਠੀਕ ਹੈ, ਜਿਸ ਤਰ੍ਹਾਂ ਉਹ ਕਹਿੰਦੇ ਨੇ ਨਾ ਕਿ ਜੀ ਮਕਈ ਦੀ ਰੋਟੀ ਅਸੀਂ ਖਾਂਦੇ ਸੀ ਤੇ ਬਿਮਾਰੀਆਂ ਥੋੜ੍ਹੀਆਂ ਹੁੰਦੀਆਂ ਸੀ, ਬਾਜਰਾ ਖਾਂਦੇ ਸੀ ਬਿਮਾਰੀਆਂ ਥੋੜ੍ਹੀਆਂ ਹੁੰਦੀਆਂ ਸੀ, ਉਹ ਅਸੀਂ ਕਣਕ ਵੱਲ ਆ ਗਏ, ਅਸੀਂ ਜਿਹੜਾ ਮਾਡਰਨ ਚੀਜ਼ਾਂ ਵੱਲ ਆ ਗਏ। ਤੇ ਜਿਉਂ ਅਸੀਂ ਮਾਡਰਨ ਚੀਜ਼ਾਂ ਵੱਲ ਆਏ ਹਾਂ, ਉਸ ਤੋਂ ਬਾਅਦ ਅਸਾਂ ਉਹਦੇ ਜਿਹੜੇ ਨੁਕਸਾਨਾਤ ਵੇਖੇ ਨੇ ਤੇ ਅਸੀਂ ਵਾਪਸ ਮੁੜ ਆਏ ਹਾਂ। ਫਿਰ ਅਸੀਂ ਹੁਣ ਕਹਿੰਦੇ ਜੀ ਜੌਂ ਦੀ ਰੋਟੀ ਖਾਓ, ਇਹ ਬੜੀ ਸਿਹਤ, ਇਹ ਚੱਕੀ ਦਾ ਆਟਾ ਜਿਹੜਾ ਤੇ ਮੋਟਾ ਪੀਸਿਆ ਹੋਵੇ ਜਿਹਦੇ ਵਿੱਚ ਛਾਣ ਵੀ ਪਾਇਆ ਜਾਏ। ਮਤਲਬ ਅਸੀਂ ਰਿਵਾਈਵ ਹੋ ਰਹੇ ਹਾਂ ਨਾ। ਇਸੇ ਤਰ੍ਹਾਂ ਰੇਡੀਓ ਜਾਂ ਟੈਕਨੋਲੋਜੀ ਹੈ ਨਾ ਜਿਹੜੀ, ਅਸੀਂ ਬਹੁਤ ਅੱਗੇ ਜੂੰ ਜਾ ਰਹੇ ਹਾਂ ਨਾ, ਤੇ ਉਹਦੇ ਜਿਹੜੇ ਵੇਲੇ ਨੁਕਸਾਨਾਤ ਸਾਡੇ ਸਾਹਮਣੇ ਆਉਂਦੇ ਨੇ ਤੇ ਅਸੀਂ ਫਿਰ ਇੱਕ ਰਿਵਾਈਵਲ ਆ ਰਹੇ ਹਾਂ, ਰਿਵਾਈਵਲ ਹੋ ਰਿਹਾ ਸਾਡਾ। ਅਸੀਂ ਮੁੜ ਰਹੇ ਹਾਂ ਬੁਨਿਆਦੀ ਤੌਰ ਤੇ ਵਾਪਸ ਨਾ, ਕਿ ਜਿਹੜਾ ਰੇਡੀਓ ਹੈ ਅਸੀਂ ਡਿਜੀਟਲ ਵਰਲਡ ਨੂੰ ਵੀ ਵੇਖ ਲਿਆ, ਅਸੀਂ ਉਹਦੇ ਨੁਕਸਾਨਾਤ ਵੀ ਵੇਖ ਲਏ, ਅਸੀਂ ਹੁਣ ਫਿਰ ਵਾਪਸ ਮੁੜ ਰਹੇ ਹਾਂ। ਠੀਕ ਹੈ, ਤੇ ਇਹ ਗੱਲਾਂ ਬਾਤਾਂ ਤੇ ਚੱਲਦੀਆਂ ਰਹਿਣਗੀਆਂ। ਇੱਕ ਵਧੀਆ ਜਿਹਾ ਗੀਤ ਸੁਣਾਉਂਦੇ ਹਾਂ ਤੁਹਾਨੂੰ ਤੇ ਉਸ ਤੋਂ ਬਾਅਦ ਮੁੜ ਕੇ ਵਾਪਸ ਆਵਾਂਗੇ। ਜਿਨ੍ਹਾਂ ਨੇ ਸਾਨੂੰ ਹਲੇ ਜੁਆਇਨ ਕੀਤਾ ਹੈ ਉਹਨਾਂ ਨੂੰ ਦੱਸਦੇ ਚੱਲੀਏ ਕਿ ਮੈਂ ਮੈਂ ਤੁਹਾਡੀ ਮੇਜ਼ਬਾਨ ਜ਼ਿਲ੍ਹੇ ਹੁਮਾ। ਤੁਸੀਂ ਇਸ ਟਾਈਮ ਯੂਨੀਵਰਸਿਟੀ ਟਾਈਮ ਸੁਣ ਰਹੇ ਹੋ FM ਪੰਜਾਬ ਰੰਗ 99.4 ਤੇ ਅਸੀਂ ਇਹ ਗੀਤ ਸੁਣਨੇ ਆ ਤੇ ਗੀਤ ਸੁਣ ਕੇ ਅਸੀਂ ਵਾਪਸ ਆਵਾਂਗੇ ਤੇ ਇੱਥੋਂ ਹੀ ਗੱਲ ਜਿਹੜੀ ਹੈ ਫਿਰ ਅਸੀਂ ਆਪਣੀ ਅੱਗੇ ਵਧਾਵਾਂਗੇ। ਰਾਵਲਪਿੰਡੀ, ਇਸਲਾਮਾਬਾਦ ਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਸੁਣਨ ਵਾਲਿਆਂ ਨੂੰ ਖੁਸ਼ਾਮਦੀਦ ਕਹਿੰਦੀ ਆ। ਮੈਂ ਤੁਹਾਡੀ ਮੇਜ਼ਬਾਨ ਜ਼ਿਲ੍ਹੇ ਹੁਮਾ ਤੇ ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4। ਅਸੀਂ ਮੁੜ ਕੇ ਵਾਪਸ ਆ ਗਏ ਹਾਂ। ਤੁਸੀਂ ਇੱਕ ਵਧੀਆ ਜਿਹਾ ਗਾਉਣ ਸੁਣਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਆਪਣੀ ਗੱਲ ਉੱਥੋਂ ਹੀ ਵਧਾਵਾਂਗੇ ਕਿ ਜਿਹੜੀ ਅਸੀਂ ਰੇਡੀਓ ਦੀ ਅਫਾਦੀਅਤ ਤੇ ਕਰ ਰਹੇ ਸੀ ਕਿ ਰੇਡੀਓ ਜਿਹੜਾ ਉਹ ਕਿਸ ਤਰ੍ਹਾਂ ਬਿਹਤਰੀ ਵਾਸਤੇ ਯੂਜ਼ ਕੀਤਾ ਜਾ ਸਕਦਾ। ਤੇ ਅਸੀਂ ਗੱਲ ਕਰ ਰਹੇ ਸਾਂ ਰਿਵਾਈਵਲ ਦੀ, ਕਿ ਜੈਸੇ ਅਸੀਂ ਜਿਸ ਤਰ੍ਹਾਂ ਅਸੀਂ ਨਾ ਰਿਵਾਈਵ ਹੋ ਰਹੇ ਹਾਂ, ਅਸੀਂ ਪੁਰਾਣੀਆਂ ਚੀਜ਼ਾਂ ਤੋਂ ਵਾਪਸ ਸ਼ਿਫਟ ਹੋ ਰਹੇ ਹਾਂ। ਨਈ ਟੈਕਨੋਲੋਜੀ ਆਈ, ਨਵਾਂ ਮੀਡੀਆ ਆਇਆ, ਫਿਰ ਨਵੀਂ ਚੀਜ਼ ਨੂੰ। ਅੱਛਾ, ਇਹਦੇ ਨਾਲ ਮੈਂ ਇੱਕ ਹੋਰ ਗੱਲ ਵੀ ਕਰਦੀ ਜਾਵਾਂਗੀ ਇੱਥੇ ਜ਼ਰੂਰ, ਕਿ ਅਸੀਂ ਨਾ ਬੜੇ ਵੈਸੇ ਕਹਿੰਦੇ ਨਾ ਖੁਸ਼ ਮਜ਼ਾਜ ਲੋਕ ਜਿਹੜੇ ਹਰ ਨਵੀਂ ਆਉਣ ਵਾਲੀ ਚੀਜ਼ ਨੂੰ ਵੈਲਕਮ ਵੀ ਬੜੇ ਅੱਛੇ ਤਰੀਕੇ ਨਾਲ ਕਹਿੰਦੇ ਨੇ। ਅਸੀਂ ਨਵੀਂ ਟੈਕਨੋਲੋਜੀ ਆਈ ਉਹਨੂੰ ਅਸੀਂ ਬੜੇ ਅੱਛੇ ਤਰੀਕੇ ਨਾਲ ਵੈਲਕਮ ਕੀਤਾ, ਉਹਦਾ ਇਸਤੇਮਾਲ ਕੀਤਾ। ਲੇਕਿਨ ਬਾਜ਼ ਔਕਾਤ ਜਿਹੜਾ ਨਾ ਉਹ ਸਾਡੇ ਇਖਤਿਆਰ ਵਿੱਚ ਨਹੀਂ ਹੁੰਦਾ ਉਹਦੀ ਨੈਗੇਟਿਵਿਟੀ ਨੂੰ ਕੰਟਰੋਲ ਕਰਨਾ। ਸੋਸ਼ਲ ਮੀਡੀਆ ਆਇਆ, ਲੇਕਿਨ ਸੋਸ਼ਲ ਮੀਡੀਆ ਆਪਣੇ ਨਾਲ ਬਹੁਤ ਸਾਰੀਆਂ ਬੁਰਾਈਆਂ ਵੀ ਲੈ ਕੇ ਆਇਆ। ਠੀਕ ਹੈ, ਜਿਹਦੇ ਐਡਿਕਸ਼ਨ ਬੇਸਿਕਲੀ ਹੁਣ ਤੇ ਜਿਹੜਾ ਮੈਸ ਮੀਡੀਆ ਦਾ ਰਿਸਰਚਰ ਹੈ ਉਹ ਇਹਦੇ ਤੇ ਇੰਨਾ ਕੰਮ ਹੋ ਰਿਹਾ ਹੈ ਕਿ ਜਿਹੜੀ ਸਾਈਕੋਲੋਜੀਕਲ ਵੈਲਬੀਇੰਗ ਹੈ ਹਿਊਮਨ ਦੀ, ਉਹਦੇ ਤੇ ਇਹ ਸੋਸ਼ਲ ਮੀਡੀਆ ਕਿੰਨਾ ਅਸਰ ਕਰ ਰਿਹਾ। ਦੇਖੋ ਨਾ, ਰੇਡੀਓ ਸੀ ਨਾ, ਰੇਡੀਓ ਅੱਜ ਵੀ ਅਸੀਂ ਵੇਖਦੇ ਹਾਂ ਉਹ ਪੁਰਾਣੇ ਦੌਰ ਦਾ ਕੋਈ ਬੰਦਾ ਤੇ ਅੱਜ ਵੀ ਉਹਨੂੰ ਸਿੰਬਲਾਈਜ਼ ਅਸੀਂ ਕਰਨੇ ਆ। ਉਹ ਪੁਰਾਣਾ ਛੋਟਾ ਜਿਹਾ ਰੇਡੀਓ ਦਾ ਸੈੱਟ ਤੇ ਉਹਦੇ ਉੱਤੇ ਇੱਕ ਗੋਲ ਲੱਗਾ ਹੁੰਦਾ ਸੀ ਬਟਨ, ਤੇ ਉਹਨੂੰ ਦਬਾ ਰਿਹਾ ਤੇ ਉਹਨੂੰ ਸੁਣ ਲਿਆ, ਕੰਨੇ ਨਾਲ ਲਾ ਕੇ ਸੁਣ ਰਿਹਾ ਹੈ ਨਾ। ਲੇਕਿਨ ਉਹ ਜਿਹੜਾ ਅਸੀਂ ਇੱਕ ਬਹਾਨੇ ਆ ਨਾ ਸਿੰਬਲ ਦੇ ਤੌਰ ਤੇ, ਉਹ ਇੰਨੀ ਕੁ ਖੂਬਸੂਰਤ ਲੱਗਦੀ ਹੈ ਨਾ ਉਹ ਟੈਕਨੋਲੋਜੀ ਲੱਗਦੀ ਕਿ ਉਹਦਾ ਫਾਇਦਾ ਵੀ ਅਸੀਂ ਵੇਖਦੇ ਹਾਂ। ਖੇਤਾਂ ਵਿੱਚ ਵੀ ਇੱਕ ਬੰਦਾ ਸੁਣ ਰਿਹਾ, ਦੂਰ ਦਰਾਜ਼ ਐਸੇ ਇਲਾਕੇ ਵਿੱਚ ਵੀ ਕੋਈ ਬੰਦਾ ਸੁਣ ਰਿਹਾ ਜਿਹਦੀ ਐਕਸੈਸ ਜਿਹੜੀ ਹੈ ਮਾਡਰਨ ਦੌਰ ਦੇ ਜਿਹੜੇ ਇਕਵਿਪਮੈਂਟ ਨੇ ਉਹਨਾਂ ਤੱਕ ਨਹੀਂ ਹੈ। ਤੇ ਇਹ ਰੇਡੀਓ ਦਾ ਇੱਕ ਪਲੱਸ ਪੁਆਇੰਟ ਹੈ ਸੀ ਤੇ ਹਲੇ ਵੀ ਹੈ ਤੇ ਇਹ ਹਮੇਸ਼ਾ ਰਹੇਗਾ ਕਿ ਰੇਡੀਓ ਹੈ ਜਿਹੜਾ ਇਹਦੀ ਇੱਕ ਤੇ ਐਕਸੈਸ ਦੂਰ ਦਰਾਜ਼ ਤੱਕ ਹੈ। ਇਹਦੇ ਵਾਸਤੇ ਤੁਹਾਨੂੰ ਇੱਕ ਪੋਰਟੇਬਲ ਡਿਵਾਈਸ ਤੁਹਾਡੇ ਕੋਲ ਆਲਰੇਡੀ ਉਸ ਰੇਡੀਓ ਨੂੰ ਰਿਪਲੇਸ ਕਰ ਦਿੱਤਾ। ਈਵਨ ਤੁਹਾਡੇ ਕੋਲ ਛੋਟੇ ਛੋਟੇ ਮੋਬਾਈਲ ਵੀ ਨੇ ਤੇ ਉਹਨਾਂ ਵਿੱਚ ਵੀ ਛੋਟੀ ਜਿਹੜਾ ਇਹ ਛੋਟੇ ਮੋਬਾਈਲਾਂ ਵਿੱਚ ਵੀ ਡਿਵਾਈਸ ਜਿਹੜੀ ਉਹ ਫਿੱਟ ਹੁੰਦੀ ਹੈ। ਤੇ ਇਹ ਵੀ ਰੇਡੀਓ ਦਾ ਇੱਕ ਪਲੱਸ ਪੁਆਇੰਟ ਹੈ। ਜਦੋਂ ਰੇਡੀਓ ਦਾ ਸਕਾਲਰ ਬਹਿ ਕੇ ਇਸ ਚੀਜ਼ ਤੇ ਗੱਲਬਾਤ ਕਰਨ ਨੂੰ ਤਿਆਰ ਹੁੰਦਾ ਹੈ ਨਾ ਕਿ ਇਹਦੀ ਅਫਾਦੀਅਤ ਤੇ ਇਹਨੂੰ ਬਿਹਤਰ ਕਮਿਊਨੀਕੇਸ਼ਨ ਲਈ ਯੂਜ਼ ਕਰਨ ਵਾਸਤੇ ਅਸੀਂ ਕਿਹੜੇ ਹਰਬੇ ਮਜ਼ੀਦ ਇਖਤਿਆਰ ਕਰ ਸਕਨੇ ਆ, ਤੇ ਉਹਦੇ ਜ਼ਿਹਨ ਵਿੱਚ ਇਹ ਚੀਜ਼ ਸਾਰਿਆਂ ਤੋਂ ਪਹਿਲਾਂ ਹੁੰਦੀ ਹੈ ਕਿ ਇਹ ਸਾਰਿਆਂ ਤੋਂ ਈਜ਼ੀਲੀ ਅਸੈਸਿਬਲ ਮੀਡੀਅਮ ਹੈ ਕਿ ਜਿਹਨੂੰ ਅਸੀਂ ਆਸਾਨੀ ਨਾਲ ਜਿਹੜਾ ਕਿਧਰੇ ਵੀ ਲਿਜਾ ਸਕਨੇ ਆ।
ਦੇਖੋ ਅਸੀਂ ਇਹਦੇ ਤੇ ਜਿਹੜਾ ਅਸੀਂ ਗਾਉਣ ਸੁਣਨ ਵੱਲ ਗਏ ਹਾਂ ਤੇ ਉਸ ਤੋਂ ਪਹਿਲਾਂ ਵੀ ਅਸੀਂ ਇਹਦੇ ਤੇ ਗੱਲ ਕਰ ਰਹੇ ਸੀ। ਟੀਵੀ ਵਾਸਤੇ ਤੁਹਾਨੂੰ ਵਿਜ਼ੂਅਲਸ ਚਾਹੀਦੇ ਨੇ, ਵਿਜ਼ੂਅਲ ਪ੍ਰੋਡਿਊਸ ਕਰਨ ਲਈ ਤੁਹਾਨੂੰ ਇੱਕ ਲੰਬਾ ਹੋਮਵਰਕ ਕਰਨਾ ਪੈਂਦਾ, ਲੇਕਿਨ ਉਹਦੇ ਮੁਕਾਬਲੇ 'ਚ ਰੇਡੀਓ ਜਿਹੜਾ ਉਹ ਆਸਾਨ ਹੈ। ਤੇ ਇਹ ਯੂਨੈਸਕੋ ਦੀ ਜਿਹੜਾ ਹੈ ਨਾ ਇੱਕ ਕਾਨਫਰੰਸ ਆ ਰਹੀ ਹੈ ਸਪੇਨ 'ਚ ਜਾਂ ਫਰਾਂਸ ਵਿੱਚ ਨਾ, ਜਿਹਦੀ ਕਿ ਡੇਟ ਹਲੇ ਅਨਾਉਂਸ ਨਹੀਂ ਹੋਈ। ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਜੀ ਰੇਡੀਓ ਨੂੰ ਪੈਂਡੈਮਿਕ 'ਚ ਕਿਸ ਤਰ੍ਹਾਂ ਯੂਜ਼ ਕੀਤਾ ਗਿਆ, ਤੇ ਇਹਨੂੰ ਇਹ ਚੂੰਕਿ ਪੈਂਡੈਮਿਕ ਸੀ ਜਿਹੜਾ ਇੱਕ ਆਈ ਓਪਨਿੰਗ ਸੀ ਕਿ ਲਾਈਕ ਇਸ ਤਰ੍ਹਾਂ ਦੀ ਜੇ ਕੋਈ ਹੋਰ ਸਿਚੁਏਸ਼ਨ ਦੁਨੀਆ ਨੂੰ ਫੇਸ ਕਰਨੀ ਪੈਂਦੀ ਹੈ ਤੇ ਉਹਦੇ ਵਿੱਚ ਸਾਡੇ ਕੋਲ ਕਿਹੜੇ ਮਜ਼ੀਦ ਕਮਿਊਨੀਕੇਸ਼ਨ ਡਿਵਾਈਸਾਂ ਨੇ ਜਾਂ ਮੀਡੀਅਮ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਕਿਉਂਕਿ ਆਨਲਾਈਨ ਮੀਡੀਅਮ 'ਚ ਅਸਾਂ ਵੇਖਿਆ ਨਾ ਈਵਨ ਕਿ ਪੂਰੀ ਦੁਨੀਆ ਦੀ ਆਬਾਦੀ ਹੈ ਜਿਹੜੀ ਉਹਦੇ ਵਿੱਚ ਓਵਰਆਲ ਅਸੀਂ ਪੈਂਡੈਮਿਕ ਨੂੰ ਸਟੱਡੀ ਕਰੀਏ ਨਾ ਤੇ 1.37 ਬਿਲੀਅਨ ਸਟੂਡੈਂਟਸ ਨੇ ਨਾ ਜਿਹੜੇ ਉਹ ਕਲਾਸਰੂਮ ਤੋਂ ਮਹਿਰੂਮ ਹੋ ਗਏ ਸੀ। ਹੁਣ 1.37 ਬਿਲੀਅਨ ਜਿਹੜਾ ਬੱਚਾ ਹੈ ਨਾ ਉਹਨੂੰ ਅਸਾਂ ਫੈਸਿਲਿਟੇਟ ਕਰਨਾ। ਹੁਣ ਉਹਨਾਂ ਨੂੰ ਫੈਸਿਲਿਟੇਟ ਕਰਨ ਲਈ ਸਾਡੇ ਕੋਲ ਹਰ ਬੱਚੇ ਨੂੰ ਅਸੀਂ ਇੰਟਰਨੈਟ ਨਹੀਂ ਦੇ ਸਕਦੇ, ਹਰ ਬੱਚੇ ਨੂੰ ਅਸੀਂ ਡਿਵਾਈਸ ਖਰੀਦ ਕੇ ਨਹੀਂ ਦੇ ਸਕਦੇ, ਹਰ ਬੱਚੇ ਨੂੰ ਅਸੀਂ ਟੀਵੀ ਵੱਲ ਨਹੀਂ ਲੈ ਕੇ ਆ ਸਕਦੇ। ਈਵਨ ਕਿ ਸਾਡੀ ਗਵਰਨਮੈਂਟ ਨੇ ਵੀ ਇੱਕ ਬੜਾ ਤਜਰਬਾ ਵੀ ਕੀਤਾ ਹੈ ਕਿ ਵਿਰਚੁਅਲ ਚੈਨਲ ਇੱਕ ਬਣਾਇਆ ਹੈ ਜਿਹੜਾ ਕਿ ਆਨਲਾਈਨ ਵੀ ਅਵੇਲੇਬਲ ਸੀ ਤੇ ਟੀਵੀ ਤੇ ਵੀ ਅਵੇਲੇਬਲ ਸੀ, ਠੀਕ ਹੈ, ਜਿਹਦੀ ਨਸ਼ਰੀਆਤ 'ਚ ਜਿਹੜਾ ਡਿਫਰੈਂਟ ਕਲਾਸਾਂ ਦੇ ਜਿਹੜੇ ਸਿਲੇਬਸ ਸੀ ਉਹ ਦਿੱਤੇ ਗਏ ਨੇ। ਲੇਕਿਨ ਇੱਕ ਲਿਮਿਟ ਸੀ ਕਿ ਟੀਵੀ ਤੁਸੀਂ ਇੱਕ ਸੈਟ ਉੱਥੇ ਬਹਿ ਕੇ ਤੁਸੀਂ ਵੇਖਣਾ ਹੈ, ਤੇ ਬੱਚੇ ਜਿਹੜੇ ਨੇ ਉਹਨਾਂ ਦਾ ਮਾਈਂਡ ਸੈਟ ਨਹੀਂ ਹੁੰਦਾ। ਰੇਡੀਓ ਜਿਹੜਾ ਪੋਰਟੇਬਲ ਹੁੰਦਾ ਇਹਦੇ 'ਚ ਇਹ ਵੀ ਇੱਕ ਇਹਦਾ ਪਲੱਸ ਪੁਆਇੰਟ ਹੈ ਕਿ ਜਿਹੜੀ ਪੋਰਟੇਬਲ ਚੀਜ਼ ਹੈ ਉਹਨੂੰ ਪਸੰਦ ਕਰਦਾ ਅੱਜ ਦਾ ਨੌਜਵਾਨ ਹੈ ਜਿਹੜਾ, ਕਿਉਂਕਿ ਅਸੀਂ ਜਿਸ ਟਾਈਮ ਗੱਲ ਕਰਨੇ ਆ ਰੇਡੀਓ ਦੀ, ਅਸੀਂ ਜਿਸ ਟਾਈਮ ਗੱਲ ਕਰਨੇ ਆ ਨਵੇਂ ਮੀਡੀਅਮ ਦੀ, ਨਈ ਕਮਿਊਨੀਕੇਸ਼ਨ ਡਿਵਾਈਸਿਸ ਦੀ, ਨਈ ਟੈਕਨੋਲੋਜੀ ਦੀ, ਨਏ ਆਉਣ ਵਾਲੇ ਜਿਹੜੇ ਚੈਲੰਜਸ ਨੇ ਸਾਨੂੰ ਸੁਸਾਇਟੀ ਵਿੱਚ, ਤੇ ਇੱਕ ਚੀਜ਼ ਜਿਹੜੀ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਉਹ ਹੈ ਕਿ ਅਸੀਂ ਐਲਫਾ ਜਨਰੇਸ਼ਨ ਨੂੰ ਡੀਲ ਕਰਨਾ, ਮਤਲਬ ਉਹ ਜਨਰੇਸ਼ਨ ਜਿਹੜੀ 2005 ਤੋਂ ਬਾਅਦ ਪੈਦਾ ਕੀ ਹੁੰਦੀ ਹੈ, ਠੀਕ ਹੈ, ਜਾਂ ਇਸ ਜਨਰੇਸ਼ਨ ਨੂੰ ਸੁਣਾਉਣ ਵਾਸਤੇ ਵੀ ਕਿਸੇ ਟੂਲ ਤੱਕ ਲੈ ਕੇ ਆਉਣ ਲਈ ਵੀ ਸਾਨੂੰ ਇੱਕ ਚੰਗੀ ਅੱਛੀ ਖਾਸੀ ਐਫਰਟ ਕਰਨੀ ਪਏਗੀ ਤੇ ਕਰਨੀ ਪੈਂਦੀ ਹੈ। ਇਹ ਚੀਜ਼ ਅਸੀਂ ਆਨਲਾਈਨ ਐਜੂਕੇਸ਼ਨ 'ਚ ਵੀ ਫੀਲ ਕੀਤੀ ਹੈ ਕਿ ਅਸੀਂ ਬੱਚਿਆਂ ਨੂੰ ਬਾਉਂਡ ਕਰਦੇ ਸੀ ਕਿ ਬਹਿ ਕੇ ਆਨਲਾਈਨ ਕਲਾਸਾਂ ਲਓ, ਲੇਕਿਨ ਬੱਚਿਆਂ ਦਾ ਰਿਸਪੌਂਸ ਉਹ ਨਹੀਂ ਸੀ ਹੈ। ਜੇ ਤੁਹਾਡੇ ਕੋਲ 60 ਦੀ ਕਲਾਸ ਹੈ ਤਾਂ ਉਹਦੇ 'ਚ 12 ਬੱਚੇ ਆ ਕੇ ਤੇ ਆਨਲਾਈਨ ਕਲਾਸ ਲੈਂਦੇ ਸੀ। ਇਹਦੀ ਕੰਪੈਰੀਜ਼ਨ 'ਚ ਅਗਰ ਰੇਡੀਓ 'ਤੇ ਤੁਸੀਂ ਪ੍ਰੋਗਰਾਮ ਨਸ਼ਰ ਕੀਤੇ ਜਾਣ, ਇੱਕ ਬਲਕਿ ਮੇਰੇ ਕੁਝ ਦਿਨ ਪਹਿਲੇ ਮੇਰੀ ਨਜ਼ਰ 'ਚ ਇੱਕ ਰਿਸਰਚ ਗੁਜ਼ਰੀ ਕਿ ਉਸ ਰਿਸਰਚ ਦੇ ਮੁਤਾਬਕ ਉਸ ਰਿਸਰਚ ਦਾ ਲੁੱਬੇ ਲਬਾਬ ਹੈ ਸੀ ਕਿ ਰੇਡੀਓ ਨੂੰ 4 ਫੰਕਸ਼ਨਸ ਨੇ ਜਿਨ੍ਹਾਂ ਲਈ ਬੜਾ ਸਕਸੈਸਫੁਲੀ ਯੂਜ਼ ਕੀਤਾ ਜਾ ਸਕਦਾ ਹੈ ਤੇ ਮਾਜ਼ੀ 'ਚ ਕੀਤਾ ਵੀ ਗਿਆ। ਇੱਕ ਤੇ ਐਨਰਿਚ ਲਰਨਿੰਗ ਜਿਹਦੇ ਲਈ ਯੂਜ਼ ਕੀਤਾ ਗਿਆ ਰੇਡੀਓ ਨੂੰ, ਦੂਸਰਾ ਤੇ ਕੀਤਾ ਜਾ ਸਕਦਾ ਮਜ਼ੀਦ, ਠੀਕ ਹੈ, ਦੂਜੀ ਚੀਜ਼ ਹੈ ਜਿਹੜੀ ਉਹ ਹੈ ਅਨਾਉਂਸਮੈਂਟਸ, ਠੀਕ ਹੈ। ਰੇਡੀਓ ਚੂੰਕਿ ਈਜ਼ੀ ਇੱਕ ਮੀਡੀਅਮ ਹੁੰਦਾ ਜਿੱਥੇ ਅਨਾਉਂਸਮੈਂਟ ਬੜੀ ਆਸਾਨ ਹੁੰਦੀ ਹੈ ਤੇ ਕਮਿਊਨੀਕੇਸ਼ਨ ਕਰਨ ਲਈ ਦੇਖੋ ਅਸੀਂ ਬੀਇੰਗ ਮੈਂ ਤੇ ਉਸਤਾਦ ਹਾਂ ਤੇ ਮੈਂ ਇਸ ਚੀਜ਼ ਨੂੰ ਨੋਟਿਸ ਕੀਤਾ ਹੈ ਕਿ ਆਨਲਾਈਨ ਟੈਕਨੋਲੋਜੀ ਨੂੰ ਜਿਸ ਟਾਈਮ ਅਸਾਂ ਟੀਚਿੰਗ ਲਈ ਯੂਜ਼ ਕੀਤਾ ਨਾ ਤੇ ਉਹਦੇ ਵਾਸਤੇ ਵੀ ਬਾਕਾਇਦਾ ਸਾਨੂੰ ਜਿਹੜੇ ਅਸੀਂ ਕਲਾਸਰੂਮ ਬਣਾਏ ਸੀ ਆਨਲਾਈਨ ਉਹਦੇ ਵਿੱਚ ਅਨਾਉਂਸਮੈਂਟ ਲਈ ਸਾਨੂੰ ਇੱਕ ਅਲੱਗ ਖਾਨਾ ਬਣਾਉਣਾ ਪਿਆ ਤੇ ਉਹ ਅਨਾਉਂਸਮੈਂਟ ਵੀ ਉਹਨੂੰ ਹੀ ਮਿਲਣੀ ਹੈ ਜਿਹਨੇ ਆਨਲਾਈਨ ਹੋਣਾ ਹੈ ਤੇ ਜਿਹੜਾ ਬੱਚਾ ਆਨਲਾਈਨ ਨਹੀਂ ਹੋਏਗਾ ਉਹ ਅਨਾਉਂਸਮੈਂਟ ਵੀ ਮਿਸ ਕਰ ਦੇਗਾ। ਤੇ ਉਹਦੇ ਮੁਕਾਬਲੇ 'ਚ ਰੇਡੀਓ ਹੈ ਜਿਹੜਾ ਉਹ ਅਨਾਉਂਸਮੈਂਟ ਲਈ ਡਾਇਰੈਕਟ ਅਨਾਉਂਸਮੈਂਟਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਲਈ ਵੀ ਯੂਜ਼ ਕੀਤਾ ਗਿਆ। ਡਿਸਟੈਂਸ ਲਰਨਿੰਗ ਵਾਸਤੇ ਤੇ ਸਾਡੇ ਕੋਲ ਵਰਚੁਅਲ ਯੂਨੀਵਰਸਿਟੀ ਦਾ ਇੱਕ ਸਕਸੈਸਫੁਲ ਮਾਡਲ ਆਲਰੇਡੀ ਮੌਜੂਦ ਸੀ ਕਿ ਅਸੀਂ ਵਰਚੁਅਲ ਯੂਨੀਵਰਸਿਟੀ ਜਿਹੜੀ ਉਹ ਟੀਵੀ ਸਟੇਸ਼ਨ ਵੀ ਨੇ ਉਹਨਾਂ ਦਾ ਰੇਡੀਓ ਬ੍ਰੌਡਕਾਸਟ ਵੀ ਜਿਹਦੇ ਲਈ ਉਹ ਯੂਜ਼ ਕਰ ਰਹੇ ਨੇ, ਰੇਡੀਓ ਨੂੰ ਖੁਦ ਯੂਜ਼ ਕੀਤਾ ਜਾ ਸਕਦਾ ਹੈ। ਪਲੱਸ ਜਿਹੜੀ ਹੈ ਇਨ ਸਕੂਲ ਐਜੂਕੇਸ਼ਨ, ਹੁਣ ਜਿਹੜਾ ਸਾਨੂੰ ਚੈਲੰਜ ਹੈ ਨਾ ਜਿਕਣ ਕਿ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਅਸੀਂ ਇੱਕ ਐਲਫਾ ਜਨਰੇਸ਼ਨ ਹੈ ਜਿਹਨੂੰ ਅਸੀਂ ਡੀਲ ਕਰਨਾ ਹੈ ਤੇ ਇਸ ਜਨਰੇਸ਼ਨ ਨੂੰ ਅਸੀਂ ਸਿਰਫ ਔਰ ਸਿਰਫ ਸਕੂਲ ਤੱਕ ਮਹਦੂਦ ਨਹੀਂ ਕਰ ਸਕਦੇ ਤੇ ਅਸੀਂ ਜਿਹੜੇ ਪੈਂਡੈਮਿਕ 'ਚ ਐਕਸਪੈਰੀਮੈਂਟਸ ਕੀਤੇ ਨੇ ਨਾ ਉਹਦੀ ਬੇਸਿਸ ਤੇ ਵੀ ਮੇਰੀ ਜ਼ਾਤੀ ਰਾਏ ਵੇ ਕਿ ਸਿਰਫ ਕਲਾਸਰੂਮ ਐਜੂਕੇਸ਼ਨ ਹੈ ਜਿਹੜੀ ਉਹ ਹੁਣ ਇਸ ਟਾਈਮ ਵਿੱਚ ਸਕਸੈਸਫੁਲ ਨਹੀਂ ਹੈ। ਸਾਨੂੰ ਕਲਾਸਰੂਮ ਦੇ ਨਾਲ ਆਨਲਾਈਨ ਟੀਚਿੰਗ, ਇਹਦੇ ਨਾਲ ਆਨਲਾਈਨ ਟੀਚਿੰਗ ਦੇ ਨਾਲ ਆਨਲਾਈਨ ਰਿਸੋਰਸਿਸ ਤੇ ਮਲਟੀਪਲ ਰਿਸੋਰਸਿਸ ਯੂਜ਼ ਕਰਨੇ ਪੈਣਗੇ ਸਕਸੈਸਫੁਲ ਟੀਚਿੰਗ ਵਾਸਤੇ। ਆਲਦੋ ਕਿ ਇਹ ਉਹ ਚੀਜ਼ ਹੈ ਕਿ ਜਿਹਦੇ ਵਿੱਚ ਸ਼ਾਇਦ ਸਾਡੇ ਮੁਲਕ 'ਚ ਕੁਝ ਯੂਨੀਵਰਸਿਟੀਆਂ ਨੇ ਜਿਹੜੀਆਂ ਇਹਦੇ ਤੇ ਕੰਮ ਵੀ ਕਰਦੀਆਂ ਨੇ ਪਈਆਂ, ਲੇਕਿਨ ਬਹੁਤ ਸਾਰੇ ਤਾਲੀਮੀ ਇਦਾਰੇ ਨੇ ਜਿਹੜੇ ਇਸ ਚੀਜ਼ ਨੂੰ ਨਿਗੇਟ ਕਰਦੇ ਨੇ ਪਏ ਹਲੇ। ਲੇਕਿਨ ਇਹ ਆਉਣ ਵਾਲੇ ਵਕਤ ਵਿੱਚ ਤਮਾਮ ਤਾਲੀਮੀ ਇਦਾਰੇ ਇਸ ਚੀਜ਼ ਨੂੰ ਇਕਨੋਲੇਜ ਕਰਨਗੇ ਕਿ ਸਾਨੂੰ ਇਸ ਟਾਈਮ ਅਸੀਂ ਸਿਰਫ ਕਲਾਸਰੂਮ ਟੀਚਿੰਗ ਤੇ ਦੋ ਕਿ ਅਸੀਂ ਆਨਲਾਈਨ ਤੋਂ ਵਾਪਸ ਮੁੜ ਆਏ ਹਾਂ
ਕਲਾਸਰੂਮ ਐਜੂਕੇਸ਼ਨ ਤੱਕ। ਲੇਕਿਨ ਸਟਿਲ ਸਾਨੂੰ ਦੂਸਰੇ ਜਿਹੜੇ ਮਲਟੀਪਲ ਰਿਸੋਰਸਿਸ ਨੂੰ ਯੂਜ਼ ਕਰਨੇ ਪੈਣਗੇ, ਤੇ ਇਹ ਰੇਡੀਓ ਹੈ ਨਾ ਜਿਹੜਾ, ਇਹ ਉਹਨਾਂ ਰਿਸੋਰਸਿਸ ਵਿੱਚ ਹੀ ਇੱਕ ਰਿਸੋਰਸ ਹੈ ਜਿਹਨੂੰ ਕਿ ਸਾਨੂੰ ਯੂਜ਼ ਕਰਨਾ ਚਾਹੀਦਾ, ਕਰਨਾ ਪਏਗਾ। ਤੇ ਹੁਣ ਇਹਦੀ ਜ਼ਰੂਰਤ ਜਿਹੜਾ ਹੈ ਆਉਣ ਵਾਲੇ ਵਕਤ ਜੇ ਕੋਈ ਇਸ ਟਾਈਮ ਨਹੀਂ ਵੀ ਅਡੋਪਟ ਕਰਦਾ ਪਿਆ ਤਾਂ ਉਹ ਅਡੋਪਟ ਕਰੇਗਾ। ਤੇ ਅਸੀਂ ਜਿਹੜਾ ਹੈ ਕਾਫੀ ਸਾਰੀਆਂ ਗੱਲਾਂ ਕਰ ਲਈਆਂ ਨੇ, ਤੇ ਤੁਹਾਨੂੰ ਇੱਕ ਗਾਉਣ ਸੁਣਾਉਂਦੇ ਹਾਂ। ਮੁੜ ਕੇ ਵਾਪਸ ਆਵਾਂਗੇ FM ਪੰਜਾਬ ਰੰਗ 99.4 ਤੇ ਮੈਂ ਤੁਹਾਡੀ ਮੇਜ਼ਬਾਨ ਜ਼ਿਲ੍ਹੇ ਹੋਵਾਂ। ਤੇ ਜਿਹੜਾ ਇਹ ਲੈਂਦੇ ਆ ਇੱਕ ਮਿਊਜ਼ਿਕ ਦਾ ਬ੍ਰੇਕ ਤੇ ਗਾਣਾ ਸੁਣ ਕੇ ਤੇ ਮੁੜ ਕੇ ਵਾਪਸ ਆਉਂਦੇ ਹਾਂ ਤੇ ਫਿਰ ਆਪਣੀ ਗੱਲ ਇੱਥੋਂ ਹੀ ਅੱਗੇ ਵਧਾਵਾਂਗੇ। ਜਿਹੜਾ ਲੋ ਜੀ ਅਸੀਂ ਮੁੜ ਕੇ ਵਾਪਸ ਆ ਗਏ ਹਾਂ ਤੇ ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ ਰਾਵਲਪਿੰਡੀ। ਇਸ ਟਾਈਮ ਮੈਂ ਮੁਹਾਤਬ ਹਾਂ ਤੁਹਾਡੀ ਮੇਜ਼ਬਾਨ ਜ਼ਿਲ੍ਹੇ ਹੋਵਾਂ ਤੇ ਇਹ ਯੂਨੀਵਰਸਿਟੀ ਦਾ ਟਾਈਮ ਹੈ, ਬੁਨਿਆਦੀ ਤੌਰ ਤੇ ਯੂਨੀਵਰਸਿਟੀ ਟਾਈਮ। ਤੁਸੀਂ ਜਿਹੜਾ ਇਹ ਤੁਹਾਨੂੰ ਜੀ ਆਇਆਂ ਨੂੰ, ਉਹ ਤਮਾਮ ਲੋਕ ਜਿਨ੍ਹਾਂ ਨੇ ਹਲੇ ਹੁਣੀ ਟਿਊਨ ਇਨ ਕੀਤਾ ਉਹਨਾਂ ਸਾਰਿਆਂ ਨੂੰ ਮੈਂ ਖੁਸ਼ਾਮਦੀਦ ਕਹਿੰਦੀ ਹਾਂ, ਜੀ ਆਇਆਂ ਨੂੰ ਕਹਿੰਦੀ ਹਾਂ। ਤੇ ਮੈਂ ਇੱਕ ਵਾਰੀ ਫਿਰ ਦੱਸਦੀ ਚੱਲਾਂ ਕਿ ਅਸੀਂ ਗੱਲ ਕਰ ਰਹੇ ਸੀ ਰੇਡੀਓ ਤੇ, ਜਾਂ ਇਹ ਜਿਹੜੀ ਮਾਡਰਨ ਟੈਕਨੋਲੋਜੀ ਹੈ ਇਹਦੇ ਤੇ, ਜਾਂ ਜਿਹੜੀ ਅਸੀਂ ਕਹਿ ਲਓ ਕਿ ਕਮਿਊਨੀਕੇਸ਼ਨ ਦੇ ਅਸੀਂ ਕਹਿੰਦੇ ਹਾਂ ਕਿ ਨਏ ਤੋਂ ਨਏ ਜਿਹੜੇ ਸਾਡੇ ਰਿਸੋਰਸਿਸ ਨੇ ਉਹ ਸਾਡੇ ਕੋਲ ਹੋਣੇ ਚਾਹੀਦੇ ਨੇ, ਤੇ ਸਾਡੇ ਕੋਲ ਆਲਟਰਨੇਟ ਵੀ ਮੌਜੂਦ ਹੋਣੇ ਚਾਹੀਦੇ ਨੇ। ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕਰ ਰਹੇ ਹਾਂ ਬੀਇੰਗ ਅ ਉਸਤਾਦ ਜਾਂ ਬੀਇੰਗ ਅ ਟੀਚਰ ਕਹਿ ਲਓ, ਯਾਨੀ ਇੱਕ ਉਸਤਾਦ ਹੋਣ ਦੀ ਹਸੀਅਤ ਨਾਲ ਮੈਂ ਉਹ ਸਾਰੇ ਚੈਲੰਜਸ ਨੇ ਜਿਹੜੇ ਕਿ ਮੈਂ ਫੀਲ ਕੀਤੇ ਨੇ ਆਨਲਾਈਨ ਐਜੂਕੇਸ਼ਨ ਦੇ ਦੌਰਾਨ, ਤੇ ਮੇਰਾ ਆਪਣਾ ਜ਼ਾਤੀ ਰਾਏ ਵੀ ਆਏ ਤੇ ਇਹਦੇ ਤੇ ਮੈਂ ਬਾਕਾਇਦਾ ਤੁਸੀਂ ਆਪੇ ਵੀ ਚੈੱਕ ਕਰਨਾ ਚਾਹੋ ਤੇ ਮੈਸ ਮੀਡੀਆ ਦੀ ਰਿਸਰਚ ਹੈ ਜਿਹੜੀ, ਉਹਦੇ ਤੇ ਮਾਡਰਨ ਟ੍ਰੈਂਡਸ ਨੇ ਜਿਹੜੇ, ਉਹਨਾਂ 'ਚ ਜਾ ਕੇ ਵੇਖੋ ਤੇ ਰੇਡੀਓ ਤੇ ਬਹੁਤ ਜ਼ਿਆਦਾ ਕੰਮ ਹੋ ਰਿਹਾ, ਰਿਸਰਚ ਹੋ ਰਹੀ ਹੈ, ਕਾਨਫਰੰਸਿਸ ਹੋ ਰਹੇ ਨੇ, ਸੈਮੀਨਾਰਸ ਹੋ ਰਹੇ ਨੇ, ਰੇਡੀਓ ਤੇ ਗੱਲਬਾਤ ਕਰਨ ਵਾਲੇ ਜਿੰਨੇ ਸਾਡੇ ਮਾਹਿਰੀਨ ਨੇ ਉਹ ਸਾਰੇ ਮਿਲ ਬੈਠ ਕੇ ਤੇ ਜਿਹੜਾ ਇਹਦੇ ਤੇ ਗੱਲਬਾਤ ਕਰ ਰਹੇ ਨੇ ਕਿ ਰੇਡੀਓ ਦੀ ਜਿਹੜੀ ਪੁਰਾਣੀ ਇਹਦੀ ਹਸੀਅਤ ਸੀ ਉਹਨੂੰ ਕਿਸ ਤਰ੍ਹਾਂ ਬਹਾਲ ਕੀਤਾ ਜਾ ਸਕਦਾ। ਤੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਰਿਵਾਈਵਲ ਲਾ ਰਹੇ ਹਾਂ, ਇਸੇ ਤਰ੍ਹਾਂ ਰੇਡੀਓ ਜਿਹੜਾ ਸਾਡਾ ਇੱਕ ਬੁਨਿਆਦੀ ਤੌਰ ਤੇ ਰਿਵਾਈਵਲ ਹੈ। ਟੈਕਨੋਲੋਜੀ ਦਾ ਤੇ ਸਾਨੂੰ ਪਤਾ ਹੀ ਨਹੀਂ ਕਿ ਇਹਦਾ ਅਗਲਾ ਸਿਰਾ ਕਿੱਥੇ ਹੋਏਗਾ, ਕਿਉਂਕਿ ਜਿੰਨੀ ਤਾਰੀਖ ਗਵਾਏ ਕਿ ਇਨਸਾਨ ਨੇ ਜਿੰਨੀ ਤਰੱਕੀ ਕੀਤੀ ਉਹ ਅੱਗੇ ਹੀ ਗਿਆ ਹੈ। ਅਸੀਂ ਕੈਮਰੇ ਇਜਾਦ ਕੀਤੇ ਤੇ ਕੈਮਰੇ ਤੋਂ ਫਿਲਮ ਆ ਗਈ, ਤੇ ਫਿਲਮ ਤੋਂ TV ਆ ਗਿਆ, ਤੇ TV ਤੋਂ ਅਸੀਂ ਇੰਟਰਨੈਟ ਵਾਲਾ ਆ ਗਏ, ਤੇ ਇੰਟਰਨੈਟ ਤੋਂ ਅਸੀਂ ਵਿਰਚੁਅਲ ਵਰਲਡ ਵਾਲਾ ਆ ਗਏ। ਇਹ ਅਸੀਂ ਅੱਗੇ ਹੀ ਅੱਗੇ ਜਾ ਰਹੇ ਹਾਂ, ਕਿਉਂਕਿ ਅਗਲਾ ਸਿਰਾ ਤੇ ਅਸੀਂ ਮਿੱਥਿਆ ਹੀ ਕੋਈ ਨਹੀਂ ਕਿ ਕਿੱਥੇ ਜਾ ਕੇ ਰੁਕੇਗਾ। ਠੀਕ ਹੈ, ਦੁਨੀਆ ਜਿਹੜੀ ਹੈ ਚੰਦ ਤੇ ਪਹੁੰਚ ਰਹੀ ਹੈ, ਲੇਕਿਨ ਹਾਂ ਜਿਹੜੇ ਪੁਰਾਣੇ ਸਾਡੇ ਕੋਲ ਰਿਸੋਰਸਿਸ ਮੌਜੂਦ ਨੇ, ਗੱਲ ਅਸੀਂ ਇਹ ਕਰ ਰਹੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ। ਤੇ ਸਪੈਸ਼ਲੀ ਇੱਕ ਉਸਤਾਦ ਹੋਣ ਦੇ ਨਾਤੇ ਜਿਹੜਾ ਹੈ ਕਿ ਇਹਨੂੰ ਐਜੂਕੇਸ਼ਨ 'ਚ ਅਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਅਸੀਂ ਗੱਲ ਤੇ ਕਰਨੇ ਆ ਕਿ ਰੇਡੀਓ ਸਾਰਿਆਂ ਤੋਂ ਸਸਤਾ ਹੈ, ਰੇਡੀਓ ਜਿਹੜਾ ਹੈ ਇਹਦੇ 'ਚ ਆਡੀਓ ਸਾਨੂੰ ਚਾਹੀਦੀ ਹੈ, ਰੇਡੀਓ ਵਾਸਤੇ ਸਾਨੂੰ ਐਡਾ ਮਹਿੰਗਾ ਤਰੀਨ ਸੈਟਅਪ ਨਹੀਂ ਚਾਹੀਦਾ ਹੁੰਦਾ। ਇਹਦੇ ਵਿੱਚ ਸਾਡੇ ਕੋਲ ਰਿਕਾਰਡਿੰਗ ਡਿਵਾਈਸ ਹੈ, ਸਾਡੇ ਕੋਲ ਟਰਾਂਸਮੀਟਰ ਹੈ, ਰਿਕਾਰਡ ਕੀਤਾ ਪ੍ਰੋਗਰਾਮ ਅਸਾਂ ਇਹਨੂੰ ਸੈਟੇਲਾਈਟ ਦੇ ਥਰੂ ਜਿਹੜਾ ਸਪਰੈਡ ਕਰ ਦਿੱਤਾ, ਤੇ ਸੁਣਨ ਵਾਲਿਆਂ ਨੇ ਕਿਉਂਕਿ ਉਹ ਈਜ਼ੀਲੀ ਅਵੇਲੇਬਲ ਡਿਵਾਈਸਿਸ ਨੇ ਉਹਨਾਂ ਕੋਲ, ਤੇ ਉਹਨਾਂ ਨੇ ਸੁਣ ਲਿਆ। ਲੇਕਿਨ ਇਹ ਐਡਾ ਆਸਾਨ ਵੀ ਨਹੀਂ ਹੈ ਜਿਹੜੀ ਅਸੀਂ ਆਸਾਨੀ ਨਾਲ ਗੱਲ ਕਰ ਰਹੇ ਹਾਂ ਕਿ ਰੇਡੀਓ ਬਹੁਤ ਜ਼ਿਆਦਾ ਆਸਾਨ ਹੈ। ਲੇਕਿਨ ਹਾਂ ਜਿਸ ਟਾਈਮ ਅਸੀਂ ਆਸਾਨ ਦੀ ਗੱਲ ਕਰਨੇ ਹਾਂ ਤਾਂ ਅਸੀਂ ਕੰਪੈਰੀਜ਼ਨ ਕਰਨੇ ਹਾਂ ਕਿ ਕੰਪੈਰੇਟਿਵਲੀ ਜਿਹੜੇ ਸਾਡੇ ਕੋਲ ਦੂਸਰੇ ਰਿਸੋਰਸਿਸ ਨੇ ਉਹਨਾਂ ਦੇ ਮੁਕਾਬਲੇ ਵਿੱਚ ਰੇਡੀਓ ਜਿਹੜਾ ਉਹ ਸਸਤਾ ਹੈ ਤੇ ਉਹਦੇ ਵਾਸਤੇ ਥੋੜੇ ਰਿਸੋਰਸਿਸ ਚਾਹੀਦੇ ਨੇ। ਲੇਕਿਨ ਸਟਿਲ ਜਿਹੜਾ ਚੈਲੰਜਸ ਇਹਦੇ ਵਾਸਤੇ ਵੀ ਮੌਜੂਦ ਨੇ ਸਾਡੇ ਕੋਲ ਕਿ ਸਾਡੇ ਜਿਹੜਾ ਇਹਦੇ ਵਾਸਤੇ ਸਾਨੂੰ ਯਕੀਨਨ ਰਿਕਾਰਡਿੰਗ ਚਾਹੀਦੀ ਹੈ, ਰਿਕਾਰਡਿੰਗ ਡਿਵਾਈਸ ਚਾਹੀਦੀ ਹੈ, ਟਰਾਂਸਮੀਟਰ ਚਾਹੀਦਾ ਵਿਚ ਇਜ਼ ਨਾਟ ਵੈਰੀ ਈਜ਼ੀ। ਲੇਕਿਨ ਗੱਲ ਅਸੀਂ ਕਰਨੇ ਹਾਂ ਡਿਵੈਲਪਮੈਂਟ ਕਮਿਊਨੀਕੇਸ਼ਨ ਦੀ। ਰੇਡੀਓ ਹੈ ਜਿਹੜਾ ਇਹ ਬੁਨਿਆਦੀ ਤੌਰ ਤੇ ਡਿਵੈਲਪਮੈਂਟ ਕਮਿਊਨੀਕੇਸ਼ਨ ਦਾ ਟੂਲ ਹੈ। ਮੈਸ ਮੀਡੀਆ ਦੇ ਰਿਸਰਚਰ ਦੇ ਤੌਰ ਤੇ ਮੈਸ ਮੀਡੀਆ ਦੇ ਸਕਾਲਰ ਤੇ ਇੱਕ ਸਟੂਡੈਂਟ ਦੇ ਤੌਰ ਤੇ ਮੈਂ ਇਹਨੂੰ ਇਸ ਤਰ੍ਹਾਂ ਵੇਖਦੀ ਹਾਂ ਕਿ ਡਿਵੈਲਪਮੈਂਟ ਕਮਿਊਨੀਕੇਸ਼ਨ ਦਾ ਇੱਕ ਟੂਲ ਹੈ ਰੇਡੀਓ, ਤੇ ਟ੍ਰੈਡੀਸ਼ਨਲੀ ਵੀ ਇਹ ਯੂਜ਼ ਹੁੰਦਾ ਰਿਹਾ। ਜਿੰਨੀ ਜ਼ਿਆਦਾ ਅਸੀਂ ਕਹਿੰਦੇ ਹਾਂ ਕਿ ਜੀ ਰੇਡੀਓ ਵਾਸਤੇ ਸਾਨੂੰ ਰਿਸੋਰਸਿਸ ਨਹੀਂ ਚਾਹੀਦੇ, ਇਹ ਵੀ ਗੱਲ ਜਿਹੜੀ ਇਹਦੇ ਚੈਲੰਜਸ ਵੀ ਸਾਨੂੰ ਹੈ ਨੇ। ਠੀਕ ਹੈ, ਇਹਦੇ ਤੇ ਵੀ ਗੱਲਬਾਤ ਇੱਕ ਅਸੀਂ ਕਿਸੇ ਲੇਮੈਨ ਨੂੰ ਲਿਆ ਕੇ ਇੱਥੇ ਨਹੀਂ ਬਿਠਾ ਸਕਦੇ। ਰੇਡੀਓ ਨੂੰ ਵੀ ਜੇ ਸਾਨੂੰ ਯੂਟਿਲਾਈਜ਼ ਕਰਨਾ ਸਾਨੂੰ ਐਕਸਪਰਟ ਵੀ ਚਾਹੀਦੇ, ਸਾਨੂੰ ਬੋਲਣ ਵਾਲਾ ਬੰਦਾ ਵੀ ਚਾਹੀਦਾ, ਸਾਨੂੰ ਰਿਕਾਰਡਿੰਗ ਡਿਵਾਈਸ ਵੀ ਚਾਹੀਦੀ, ਸਾਨੂੰ ਟਰਾਂਸਮੀਟਰ ਵੀ ਚਾਹੀਦਾ। ਲੇਕਿਨ ਗੱਲ ਹੈ ਕਿ ਇਸ ਟਾਈਮ ਬਹੁਤ ਸਾਰੇ ਰੇਡੀਓ ਸਟੇਸ਼ਨਸ ਨੇ ਸਾਡੇ ਮੁਲਕ ਵਿੱਚ ਜਿਹੜੇ ਕਿ ਇਹ ਪਬਲਿਕ ਸਰਵਿਸ ਦੇਣ ਲਈ ਤਿਆਰ ਨੇ ਸਾਨੂੰ, ਤੇ ਉਹਨੂੰ ਯੂਟਿਲਾਈਜ਼ ਕਰਨ ਦੀ ਕਮੀ ਹੈ, ਉਹਦੇ ਵਾਸਤੇ ਪਾਲਿਸੀਜ਼ ਦੀ ਕਮੀ ਹੈ, ਪਾਲਿਸੀਜ਼ ਬਣਾਉਣ ਦੀ ਜ਼ਰੂਰਤ ਹੈ ਕਿ ਜਿਹੜੇ ਕਮਿਊਨਿਟੀ ਰੇਡੀਓ ਨੇ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾ ਸਕਦਾ। ਠੀਕ ਹੈ, ਅਸੀਂ ਇਸ ਟਾਈਮ FM ਪੰਜਾਬ ਰੰਗ 99.4 ਸੁਣ ਰਹੇ ਹੋ ਤੁਸੀਂ ਸਾਨੂੰ, ਤੇ ਇਹ ਯੂਨੀਵਰਸਿਟੀ ਟਾਈਮ ਹੈ, ਅਸੀਂ ਕਿਉਂਕਿ ਸਾਨੂੰ ਓਪਰਚੁਨਿਟੀ ਲੱਭਦੀ ਹੈ ਵੀ ਇੱਥੇ ਗੱਲ ਕਰਨ ਦੀ, ਸਾਨੂੰ ਟਰਾਂਸਮਿਸ਼ਨ ਲੱਭਦੀ ਹੈ ਵੀ ਤੇ ਅਸੀਂ ਗੱਲ ਕਰਨੇ ਆ। ਠੀਕ ਹੈ, ਵਰਨਾ ਇਸੇ ਤਰ੍ਹਾਂ ਤੁਸੀਂ ਕਿਸੇ ਕਮਿਊਨਿਟੀ ਰੇਡੀਓ ਤੇ ਟੁਰ ਜਾਓ ਨਾ, ਤੇ ਉਹ ਰੇਡੀਓ ਤੇ ਵੀ ਯਕੀਨਨ ਮੈਂ ਇਹ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜੇ ਕੋਈ ਤੁਸੀਂ ਡਿਵੈਲਪਮੈਂਟ ਸ਼ੋਅ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੀ ਇਜਾਜ਼ਤ ਹੋਏਗੀ।
ਠੀਕ ਹੈ, ਜਾਂ ਤੁਸੀਂ ਕੋਈ MOU ਸਾਈਨ ਕਰ ਸਕਦੇ ਹੋ, ਤੁਸੀਂ ਟਰਾਂਸਮਿਸ਼ਨ ਲੈ ਸਕਦੇ ਹੋ, ਤੁਸੀਂ ਟਾਈਮ ਖਰੀਦ ਸਕਦੇ ਹੋ, ਠੀਕ ਹੈ। ਤੁਹਾਡੇ ਕੋਲ 1000 ਵੇ ਨੇ। ਦੇਖੋ ਨਾ, ਵਾਇਸ ਆਫ ਅਮਰੀਕਾ ਕੀ ਸੀ, ਵਾਇਸ ਆਫ ਅਮਰੀਕਾ ਵਾਲੇ ਵੀ ਕੀ ਕਰਦੇ ਨੇ, ਉਹ ਟਰਾਂਸਮਿਸ਼ਨ ਖਰੀਦ ਲੈਂਦੇ ਨੇ, ਉਹ ਆਪਣਾ ਸੈਟਅਪ ਨਹੀਂ ਲਾਉਂਦੇ, ਕਿਉਂਕਿ ਸੈਟਅਪ ਲਾਉਣ 'ਚ ਬਹੁਤ ਬਜਟ ਚਾਹੀਦਾ, ਉਹਦੇ ਵਾਸਤੇ ਅਮਲਾ ਚਾਹੀਦਾ, ਉਹਦੇ ਵਾਸਤੇ ਇਕਵਿਪਮੈਂਟ ਚਾਹੀਦਾ। ਲੇਕਿਨ ਉਹ ਕੀ ਕਰਦੇ ਨੇ, ਉਹ ਡਿਫਰੈਂਟ ਚੈਨਲਾਂ ਕੋਲੋਂ ਟਾਈਮ ਖਰੀਦ ਲੈਂਦੇ ਨੇ ਤੁਹਾਡੀ ਟਰਾਂਸਮਿਸ਼ਨ ਦਾ, ਅੱਧਾ ਘੰਟਾ, ਘੰਟਾ, 2 ਘੰਟੇ, ਜਿੰਨਾ ਵੀ ਉਹਨਾਂ ਨੂੰ ਟਾਈਮ ਰਿਕੁਆਇਰਡ ਹੁੰਦਾ, ਉਹਦੇ ਬਦਲੇ 'ਚ ਤੁਹਾਨੂੰ ਪੇ ਕਰਦੇ ਨੇ। ਇਹ ਜਿਹੜੇ ਕਮਿਊਨਿਟੀ ਰੇਡੀਓ ਨੇ, ਉਹਨਾਂ ਨਾਲ ਅਸੀਂ ਕੋਈ ਇਸ ਕਿਸਮ ਦੀ ਪਾਲਿਸੀ ਬਣਾ ਕੇ ਖਰੀਦ ਸਕਦੇ ਹਾਂ ਨਾ ਟਾਈਮ, ਤੇ ਉਹਦੇ ਵਿੱਚ ਅਸੀਂ ਕੋਈ ਡਿਵੈਲਪਮੈਂਟ ਸ਼ੋਅ ਕਰ ਸਕਦੇ ਹਾਂ, ਕੋਈ ਐਜੂਕੇਸ਼ਨਲ ਸ਼ੋਅ ਕਰ ਸਕਦੇ ਹਾਂ, ਲੋਕਾਂ ਨੂੰ ਇਨਫੋਰਮ ਕਰ ਸਕਦੇ ਹਾਂ, ਇਨਫੋਟੇਨ ਕਰ ਸਕਦੇ ਹਾਂ, ਪਲੱਸ ਜਿਹੜੇ ਐਕੈਡੈਮਿਕ ਜਾਂ ਐਜੂਕੇਸ਼ਨਲ ਪਰਪਸਿਸ ਨੇ ਉਹਨਾਂ ਵਾਸਤੇ ਯੂਜ਼ ਕਰ ਸਕਦੇ ਹਾਂ, ਅਨਾਊਂਸਮੈਂਟ ਵਾਸਤੇ ਯੂਜ਼ ਕਰ ਸਕਦੇ ਹਾਂ। ਐਂਡ ਦਾ ਮੋਸਟ ਜਿਹੜਾ ਇੰਪੋਰਟੈਂਟ ਕਹਿ ਲਓ, ਜਾਂ ਸਭ ਤੋਂ ਅਹਿਮ ਜਾਂ ਬੁਨਿਆਦੀ ਜਿਹੜਾ ਰੇਡੀਓ ਦਾ ਫੰਕਸ਼ਨ ਸੀ, ਸਟੋਰੀ ਟੈਲਿੰਗ, ਜਿਹਨੂੰ ਅਸੀਂ ਕਹਿੰਦੇ ਹਾਂ, ਕਹਾਣੀ ਸੁਣਾਉਣਾ। ਕਿਉਂਕਿ ਰੇਡੀਓ 'ਤੇ ਤਾਂ ਤਸਵੀਰ ਆਉਂਦੀ ਨਹੀਂ ਵੀ ਅਸਾਂ ਤਾਂ ਕਹਾਣੀ ਸੁਣਾਉਣ ਅੰਗਰੀ ਕਹਾਣੀ ਸੁਣਾਉਣੀ, ਕਿਉਂਕਿ ਸਾਡੀ ਆਡੀਅנס ਜਿਹੜੀ ਉਹਨੂੰ ਪਿਕ ਕਰ ਸਕੇ, ਐਬਜ਼ੌਰਪਸ਼ਨ ਜਿਹੜੀ ਉਹਦੀ ਆਸਾਨ ਹੋ ਸਕੇ, ਉਹਨੂੰ ਜਜ਼ਬ ਕਰ ਸਕੇ ਸਾਡਾ ਸੁਣਨ ਵਾਲਾ। ਤੇ ਉਹ ਜਿਹੜੀ ਸਾਡੀ ਕਪੈਸਿਟੀ ਹੈ, ਸਾਡੀ ਅਸੀਂ ਜਿਹੜਾ ਐਬਜ਼ੌਰਪਸ਼ਨ ਹੈ ਸਾਡੇ ਸੁਣਨ ਵਾਲੇ ਦੀ, ਉਹ ਵੀ ਜਿਹੜੀ ਹੈ ਇਸ ਤਰੀਕੇ ਨਾਲ ਆਸਾਨ ਹੋ ਸਕੇਗੀ। ਤੇ ਜਿਹੜਾ ਸਟੋਰੀ ਟੈਲਿੰਗ ਵਾਲਾ ਸਾਡਾ ਇੱਕ ਐਸਪੈਕਟ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਰੇਡੀਓ ਬੜੀ ਅੱਛੇ ਤਰੀਕੇ ਨਾਲ ਕਮਿਊਨੀਕੇਟ ਕਰਦਾ ਹੈ ਮੈਸੇਜਸ ਨੂੰ, ਉਹ ਵੀ ਅਸੀਂ ਅਟੇਨ ਕਰ ਸਕਦੇ ਹਾਂ ਆਪਣਾ ਇੱਕ ਆਬਜੈਕਟਿਵ। ਤੇ ਇਹ ਰੇਡੀਓ ਜਿਹੜਾ, ਅਗਰ ਇਹ ਸੈਂਸ ਵਿੱਚ ਵੇਖਿਆ ਜਾਏ, ਤੇ ਰੇਡੀਓ ਮਤਲਬ ਰੇਡੀਓ ਇੱਕ ਬੜਾ ਵਾਸਟ ਮੀਡੀਅਮ ਹੈ। ਬਸ ਗੱਲ ਹੈ ਕਿ ਸਾਡੇ ਕੋਲ ਸ਼ਾਇਦ ਪਾਲਿਸੀਜ਼ ਦੀ ਕਮੀ ਹੈ, ਜਾਂ ਸ਼ਾਇਦ ਸਾਡੇ ਕੋਲ ਰਿਸੋਰਸਿਸ ਦੀ ਕਮੀ ਹੈ, ਸ਼ਾਇਦ ਅਸੀਂ ਬਹਿ ਕੇ ਗੱਲ ਕੱਥ ਨਹੀਂ ਕਰਦੇ। ਸਾਨੂੰ ਗੱਲ ਕਰਨ ਦੀ ਜ਼ਰੂਰਤ ਹੈ ਇਹਦੇ ਤੇ ਕਿ ਅਸੀਂ ਰੇਡੀਓ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਇੱਕ ਗਾਉਣ ਸੁਣਨੇ ਆ ਸੋਹਣਾ ਜਿਹਾ, ਫਿਰ ਉਸ ਤੋਂ ਬਾਅਦ ਅਸੀਂ ਮੁੜ ਕੇ ਵਾਪਸ ਆਵਾਂਗੇ। ਤੁਸੀਂ ਸੁਣ ਰਹੇ FM ਪੰਜਾਬ ਰੰਗ 99.4 ਤੇ ਮੈਂ ਤੁਹਾਡੀ ਮੇਜ਼ਬਾਨ ਜ਼ਿਲ੍ਹੇ ਹਾਂ। ਯੂਨੀਵਰਸਿਟੀ ਟਾਈਮ ਚੱਲ ਰਿਹਾ ਹੈ, ਗਾਣਾ ਸੁਣ ਕੇ ਵਾਪਸ ਆਨੇ, ਆਪਣੀ ਗੱਲ ਇੱਥੋਂ ਹੀ ਸ਼ੁਰੂ ਕਰਾਂਗੇ, ਤੇ ਨਾਲੇ ਕੋਈ ਇੱਕ ਕੋਸ਼ਿਸ਼ ਕਰਾਂਗੇ ਕਿ ਕਿਸੇ ਅਸੀਂ ਆਪਣੇ ਨਤੀਜੇ ਤੱਕ ਪਹੁੰਚ ਸਕੀਏ ਕਿ ਅਸੀਂ ਜਿਹੜੀ ਗੱਲਬਾਤ ਅੱਗੇ ਕਰ ਰਹੇ ਹਾਂ ਇਹਨੂੰ ਇਹਦਾ ਕੋਈ ਇੱਕ ਆਖਰੀ ਸਿਰਾ ਜਿਹੜਾ ਜਾਂ ਮੋਹਰਾ ਜਿਹੜਾ ਹੈ ਉਹਨੂੰ ਅਸੀਂ ਫੜ ਸਕੀਏ। ਅਸੀਂ ਮੁੜ ਕੇ ਵਾਪਸ ਆ ਗਏ ਹਾਂ, ਤੁਸੀਂ ਇੱਕ ਸੋਹਣਾ ਜਿਹਾ ਗੀਤ ਸੁਣਿਆ, ਤੇ ਅਸੀਂ ਜਿਹੜਾ ਮੈਂ ਤੁਹਾਡੀ ਮੇਜ਼ਬਾਨ ਜ਼ਿਲ੍ਹੇ ਹਾਂ, ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ, ਜੀ ਆਇਆਂ ਨੂੰ ਕਹਿੰਦੀ ਹਾਂ FM ਪੰਜਾਬ ਰੰਗ 99.4 ਤੋਂ। ਤੇ ਨਾਲੇ ਜਿਹੜਾ ਇਹ ਮੈਂ ਦੱਸਦੀ ਚਲਾਂਗੇ, ਅਸੀਂ ਗੱਲ ਕਰਦੇ ਸੀ ਫਿਰ ਰੇਡੀਓ ਤੇ, ਕਿ ਰੇਡੀਓ ਦੀ ਅਹਿਮੀਅਤ ਕੀ ਹੈ, ਅਫਾਦੀਅਤ ਕੀ ਹੈ, ਰੇਡੀਓ ਨੂੰ ਇਸ ਮਾਡਰਨ ਦੌਰ 'ਚ ਅਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਜਿਹਦਾ ਇਸਤੇਮਾਲ ਅਮੂਮਨ ਜਿਹੜਾ ਹੈ ਅਸਾਂ ਕਾਰ ਦੇ ਰੇਡੀਓ ਤੱਕ ਮਹਿਦੂਦ ਕਰ ਦਿੱਤਾ ਹੈ, ਤੇ ਅਸੀਂ ਬੁਲੇਟਿਨ ਸੁਣਨੇ, ਕੋਈ ਗੱਲਬਾਤ ਹੁੰਦੇ ਜਾਂਦੇ ਸੁਣਨੇ ਆ, ਤੇ ਉਹ ਵੀ ਜਿਸ ਟਾਈਮ ਅਸੀਂ ਤੰਗ ਹੁੰਦੇ ਹਾਂ ਫੌਰਨ ਅਸੀਂ ਬੰਦ ਕਰ ਦਿੰਦੇ ਹਾਂ। ਇਹਨੂੰ ਅਸੀਂ ਮਜ਼ੀਦ ਬਿਹਤਰ ਕਿਸ ਤਰ੍ਹਾਂ ਕਰ ਸਕਦੇ ਹਾਂ। ਤੇ ਗੱਲ ਅਸੀਂ ਇਹ ਵੀ ਜਿਹੜਾ ਹੈ ਅਸੀਂ ਆਪਣੇ ਪ੍ਰੋਗਰਾਮ 'ਚ ਇਹ ਵੀ ਚੀਜ਼ਾਂ, ਕਾਫੀ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ, ਜਿਹਦੇ ਵਿੱਚ ਇੱਕ ਗੱਲ ਇੱਕ ਪਹਿਲੂ ਇਹਦਾ ਇਹ ਵੀ ਸੀ ਕਿ ਜਿਹੜਾ ਰੇਡੀਓ ਹੈ ਇਹਨੂੰ ਅਸੀਂ ਕਮਿਊਨਿਟੀ ਡਿਵੈਲਪਮੈਂਟ ਵਾਸਤੇ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਐਜੂਕੇਸ਼ਨ ਵਾਸਤੇ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਆਪਣੇ ਮੈਸੇਜਿਸ ਨੇ, ਕਮਿਊਨੀਕੇਸ਼ਨ ਹੈ ਜਿਹੜੀ, ਇਹਨੂੰ ਬਿਹਤਰ ਕਰਨ ਲਈ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਇਹਦੀ ਅਸੈਸਿਬਿਲਿਟੀ ਹੈ ਜਿਹੜੀ ਉਹ ਜ਼ਿਆਦਾ ਹੈ, ਇਹ ਜ਼ਿਆਦਾ ਲੋਕਾਂ ਤੱਕ ਜ਼ਿਆਦਾ ਆਸਾਨੀ ਨਾਲ ਪਹੁੰਚ ਰਿਹਾ ਹੈ। ਪਲੱਸ ਜਿਹੜਾ ਇਹ ਕਮਿਊਨਿਟੀ ਰੇਡੀਓ ਸਾਡੇ ਕੋਲ ਬਹੁਤ ਜ਼ਿਆਦਾ ਨੇ, ਤੇ ਇਹਨੂੰ ਸਰਵਿਸਿਜ਼ ਇਹਨਾਂ ਦੀਆਂ ਹਾਇਰ ਕਰਨ ਵਿੱਚ ਸਾਨੂੰ ਕੋਈ ਬਹੁਤ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਪਏਗਾ, ਕਿਉਂਕਿ ਸਟੇਸ਼ਨ ਤੇ ਸਾਡੇ ਕੋਲ ਆਲਰੇਡੀ ਮੌਜੂਦ ਨੇ। ਤੇ ਐਸੇ ਗੱਲ ਨੂੰ ਜੇ ਅਸੀਂ ਅੱਗੇ ਵਧਾਈਏ ਮਜ਼ੀਦ ਥੋੜਾ ਸਾਰਾ, ਤੇ ਅਸੀਂ ਵੇਖਦੇ ਹਾਂ ਕਿ ਰੇਡੀਓ ਜਿਹੜਾ ਹੈ ਇਹਨੂੰ ਪੈਂਡੈਮਿਕ ਦੇ ਦੌਰਾਨ ਜਿਹੜਾ ਹੈ ਡਿਫਰੈਂਟ ਮਕਾਸਦ ਲਈ ਯੂਜ਼ ਕੀਤਾ ਗਿਆ, ਸਪੈਸ਼ਲੀ ਆਨਲਾਈਨ ਐਜੂਕੇਸ਼ਨ ਵਾਸਤੇ। ਕਿਉਂਕਿ ਮੈਂ ਇੱਕ ਉਸਤਾਦ ਹਾਂ, ਤੇ ਮੇਰਾ ਜਿਹੜਾ ਕੰਸਰਨ ਹੈ ਬੁਨਿਆਦੀ ਤੌਰ ਤੇ ਉਹ ਇਹ ਹੀ ਹੈ ਕਿ ਮੇਰੇ ਮੁਲਕ ਦਾ ਜਿਹੜਾ ਬੱਚਾ ਹੈ ਉਹ ਇਹਨੂੰ ਬਿਹਤਰ ਤਰੀਕੇ ਨਾਲ ਕਿਸ ਤਰ੍ਹਾਂ ਯੂਟੀਲਾਈਜ਼ ਕਰ ਸਕਦਾ, ਜਿਹੜਾ ਕਿ ਨਹੀਂ ਸੀ ਪੋਸੀਬਲ ਹੈ। ਕਿ ਅਸਾਂ ਇਹਦੇ 'ਚ ਇਹ ਵੀ ਗੱਲ ਕੀਤੀ ਹੈ, ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਹੀ ਰਹੇ ਸਾਂ ਬਲਕਿ ਪ੍ਰੋਗਰਾਮ ਵਿੱਚ, ਕਿ ਜਿਹੜਾ ਇਹ ਕਿੰਨੇ ਬੱਚੇ ਨੇ ਜਿਹੜੇ ਆਨਲਾਈਨ ਐਜੂਕੇਸ਼ਨ ਨਾਲ ਸ਼ਿਫਟ ਹੋਏ ਨੇ, ਦੀ ਕਲਾਸਰੂਮ ਐਜੂਕੇਸ਼ਨ ਉਹਨਾਂ ਨੇ ਜਿਹੜਾ ਇਹ ਛੱਡ ਦਿੱਤੀ ਹੈ, ਜਾਂ ਨਹੀਂ ਸਕੂਲ ਜਾ ਸਕੇ ਪੈਂਡੈਮਿਕ ਦੀ ਵਜ੍ਹਾ ਤੋਂ। ਲੇਕਿਨ ਪਲੱਸ ਉਹੀ ਗੱਲ ਆ ਗਈ, ਰਿਸੋਰਸਿਸ ਦੀ ਕਮੀ, ਇਕਵਿਪਮੈਂਟ ਦੀ ਕਮੀ, ਸਹੂਲਤਾਂ ਦਾ ਫੁਕਦਾਨ, ਉਹਦੀ ਵਜ੍ਹਾ ਤੋਂ ਜਿਹੜਾ ਇਹ ਬਹੁਤ ਸਾਰੇ ਬੱਚੇ ਨੇ ਜਿਹੜੇ ਘਰਾਂ 'ਚ ਬਹਿ ਕੇ ਆਨਲਾਈਨ ਐਜੂਕੇਸ਼ਨ ਨੂੰ ਅਡਾਪਟ ਨਹੀਂ ਕਰ ਸਕੇ। ਈਵਨ ਮੇਰੀ ਆਪਣੀ ਐਗਜ਼ਾਮਪਲ ਲੈ ਲਵੋ ਅਗਰ, ਤੇ ਮੈਂ ਬਹੁਤ ਸਾਰੇ ਬੱਚੇ ਐਸੇ ਸੀ ਜਿਹੜੇ ਮੈਨੂੰ ਕਹਿੰਦੇ ਸੀ ਫੋਨ ਕਰਕੇ ਕਿ ਮੈਮ ਸਾਡੇ ਇਲਾਕੇ ਵਿੱਚ ਨਹੀਂ ਹੈ ਇੰਟਰਨੈਟ ਦੀ ਸਹੂਲਤ, ਜਾਂ ਕਲਾਸ ਦਾ ਟਾਈਮ ਹੋ ਗਿਆ ਤੇ ਬੱਚੇ ਕਹਿੰਦੇ ਜੀ ਇੰਟਰਨੈਟ ਗਾਇਬ ਹੋ ਗਿਆ ਜੀ। ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਸਬਜੈਕਟ ਹੁੰਦੀਆਂ ਨੇ, ਕਿਉਂਕਿ ਸਹੂਲਤਾਂ ਹੋਰ ਨੇ, ਹੋਰ ਇਕਵਿਪਮੈਂਟ ਨੇ ਜਿਨ੍ਹਾਂ ਵਾਸਤੇ ਚਾਹੀਦਾ। ਮਸਲਨ ਤੁਸੀਂ ਕਿਸੇ ਟਾਈਮ ਕਲਾਸ ਲੈਣਾ ਚਾਹੁੰਦੇ ਹੋ, ਜਿਕਣ ਆਨਲਾਈਨ ਕਲਾਸ ਹੁੰਦੀ ਹੈ, ਤੇ ਪਤਾ ਚੱਲਦਾ ਜੀ ਜੈਮਰ ਲੱਗੇ ਨੇ ਕਿਸੇ ਜਗ੍ਹਾ ਤੇ ਇੰਟਰਨੈਟ ਦੇ ਸਿਗਨਲ ਹੀ ਨਹੀਂ ਹੈ,
ਤੇ ਉਹ ਵੀ ਇੱਕ ਬਹੁਤ ਬੜਾ ਹਰਡਲ ਸੀ ਕਮਿਊਨੀਕੇਸ਼ਨ ਵਿੱਚ। ਜਿਸ ਤਰ੍ਹਾਂ ਮੈਂ ਆਪਣੀ ਐਗਜ਼ਾਮਪਲ ਦੇਵਾਂ ਤੇ ਮੈਂ ਜਿੱਥੇ ਰਹਿੰਦੀ ਹਾਂ ਉਹਦੇ ਨਾਲ ਉੱਥੇ ਜੈਮਰ ਲੱਗੇ ਸੀ, ਉਹ ਕਦੇ ਸਿਗਨਲ ਆ ਜਾਂਦੇ ਕਦੇ ਸਿਗਨਲ ਨਹੀਂ ਹੁੰਦੇ, ਜਾਂ ਆਉਂਦੇ ਵੀ ਨਹੀਂ ਤੇ ਬੜੇ ਵੀਕ ਹੁੰਦੇ ਨੇ, ਤੇ ਉਹ ਇੱਕ ਬਹੁਤ ਬੜਾ ਹਰਡਲ ਸੀ ਕਮਿਊਨੀਕੇਸ਼ਨ। ਤੇ ਇਹ ਸੂਰਤ ਹਾਲ ਵਿੱਚ ਜਿਹੜੀ ਇਹ ਟ੍ਰੈਡੀਸ਼ਨਲ ਕਮਿਊਨੀਕੇਸ਼ਨ ਹੈ TV ਜਾਂ ਰੇਡੀਓ, ਇਹ ਬੜਾ ਸਕਸੈਸਫੁਲੀ ਯੂਜ਼ ਹੋ ਸਕਦਾ। ਤੇ ਜਿਹੜਾ ਅਸਾਂ ਇਹਦੇ ਤੇ ਇੱਕ ਇਹ ਵੀ ਪਹਿਲੂ ਡਿਸਕਸ ਕੀਤਾ ਹੈ ਆਪਣੇ ਪ੍ਰੋਗਰਾਮ ਵਿੱਚ, ਜਿਸ ਤਰ੍ਹਾਂ ਜਿਹੜੇ ਆਪਣੇ ਸੁਣਨ ਵਾਲੇ ਨੇ ਉਹਨਾਂ ਨੂੰ ਮੈਂ ਦੱਸਦੀ ਚੱਲਾਂ ਕਿ ਅਸੀਂ ਇਹਦੇ ਤੇ ਗੱਲ ਕਰ ਰਹੇ ਸੀ, ਜਿਨ੍ਹਾਂ ਨੇ ਹੁਣ ਵਾਲੇ ਟਿਊਨ ਇਨ ਕੀਤਾ ਹੈ, ਉਹਨਾਂ ਨੂੰ ਵੀ ਦੱਸਦੀ ਚੱਲਾਂ ਕਿ ਅਸੀਂ ਇਹਦੇ ਤੇ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਰੇਡੀਓ ਹੈ TV ਹੈ, ਇਹਦੇ ਵਾਸਤੇ ਰੇਡੀਓ ਵਾਸਤੇ ਕਮ ਰਿਸੋਰਸਿਸ ਚਾਹੀਦੇ, TV ਵਾਸਤੇ ਵੀ ਵਿਜ਼ੂਅਲ ਸਾਨੂੰ ਚਾਹੀਦੇ। ਤੇ ਅਗਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਇੱਕ ਕਿਸੇ ਨਤੀਜੇ ਤੱਕ ਪਹੁੰਚਣਾ ਹੋਵੇ, ਇੱਕ ਹਤਮੀ ਅਸੀਂ ਕੋਈ ਨੋਟ ਦੇਣਾ ਹੋਵੇ ਇਹਦੇ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਜ਼ਬਾਨਾਂ ਦੇ ਫਰੋਗ ਲਈ ਕੰਮ ਕਰ ਰਹੇ ਹਾਂ, ਡਿਫਰੈਂਟ ਇਦਾਰੇ ਨੇ ਜਿਹੜੇ ਉਹ ਡਿਫਰੈਂਟ, ਦੇਖੋ ਨਾ ਕਿਸੇ ਵੀ ਤੁਸੀਂ PR ਏਜੰਸੀ ਵਿੱਚ ਜਾਂਦੇ ਹੋ ਤਾਂ ਕੀ ਕਰਦੀ, ਉਹ ਪਬਲਿਕ ਰਿਲੇਸ਼ਨਿੰਗ ਦਿੰਦੀ ਹੈ। ਅਸੀਂ ਰੇਡੀਓ ਦੀ PR ਨਹੀਂ ਕਰ ਰਹੇ। ਬੁਨਿਆਦੀ ਤੌਰ ਤੇ ਜਿਹੜਾ ਸਾਡਾ ਇਸ ਟ੍ਰੈਡੀਸ਼ਨਲ ਕਮਿਊਨੀਕੇਸ਼ਨ ਦੇ ਡਾਊਨਫਾਲ ਦਾ ਇੱਕ ਵਜ੍ਹਾ ਹੈ ਇਸ ਅਲਮੀਏ ਦੀ, ਉਹ ਇਹ ਵੀ ਹੈ ਕਿ ਅਸੀਂ ਇਹਦੀ PR ਛੱਡ ਦਿੱਤੀ ਹੈ, ਕਿ ਅਸੀਂ ਰੇਡੀਓ ਨੂੰ ਫਾਰ ਗ੍ਰਾਂਟਡ ਲੈਣਾ ਸ਼ੁਰੂ ਕਰ ਦਿੱਤਾ ਹੈ ਕਿ ਰੇਡੀਓ ਸੁਣਨ ਵਾਲੇ ਘੱਟ ਨੇ। ਰੇਡੀਓ ਤੇ ਅਸਾਂ ਉਹ ਜਿਹੜੀ ਇਨੋਵੇਸ਼ਨ ਸੀ ਨਾ ਕਿ ਜਿਹਦੇ ਜ਼ਰੀਏ ਅਸੀਂ ਰੇਡੀਓ ਨੂੰ ਬਿਹਤਰ ਬਣਾ ਸਕਦੇ ਸਾਂ, ਅਸੀਂ ਉਸ ਚੀਜ਼ ਨੂੰ ਛੱਡ ਦਿੱਤਾ। ਤੇ ਰੇਡੀਓ ਦੀ ਪ੍ਰੈਕਟਿਸ ਕਿਹਨਾਂ ਦੇ ਹੱਥ ਵਿੱਚ ਆ ਗਈ ਕਿ ਅਸੀਂ ਰੇਡੀਓ ਨੂੰ ਗਾਣੇ ਸੁਣਨ ਲਈ ਯੂਜ਼ ਕਰਨਾ ਸ਼ੁਰੂ ਕਰਤਾ ਵਿਦ ਦਾ ਪੈਸੇਜ ਆਫ ਟਾਈਮ, ਕਿਉਂਕਿ ਰੇਡੀਓ ਵੀ ਇਵੋਲਵ ਹੁੰਦਾ ਰਿਹਾ ਨਾ। ਅਸੀਂ ਸਟੋਰੀ ਟੈਲਿੰਗ, ਅਸੀਂ ਰੇਡੀਓ ਦੇ ਤੁਸੀਂ ਡਰਾਮਾਜ਼ ਵੇਖੋ, ਇੰਨੇ ਨੇ ਜ਼ਬਰਦਸਤ ਐਥਿਕਸ ਤੇ ਇੰਨੇ ਨੇ ਜ਼ਬਰਦਸਤ ਸਟੋਰੀ। ਪੁਰਾਣੇ ਕਦੀ ਰੇਡੀਓ ਦੇ ਡਰਾਮੇ ਉਠਾ ਕੇ ਵੇਖੋ ਨਾ, ਹੁਣ ਅੱਜ ਕੱਲ੍ਹ ਤੁਸੀਂ ਰੇਡੀਓ ਤੇ ਡਰਾਮੇ ਦਾ ਕਨਸੈਪਟ ਤਕਰੀਬਨ ਖਤਮ ਹੋ ਗਿਆ, ਠੀਕ ਹੈ, ਵਿੱਚ ਜੋ ਕਿ ਬੜਾ ਅਹਿਮ ਸੀ ਐਥਿਕਸ ਸਿਖਾਉਣ ਲਈ, ਜਾਂ ਤੇ ਉਹਦਾ ਇੰਪੈਕਟ ਬਹੁਤ ਜ਼ਿਆਦਾ ਸੀ ਕਿਉਂਕਿ ਰੇਡੀਓ ਤੇ ਵਿਜ਼ੂਅਲ ਸੀ, ਜਦੋਂ ਤੁਸੀਂ ਆਪ ਵਿਜ਼ੂਅਲਾਈਜ਼ ਕਰਦੇ ਹੁੰਦੇ ਹੋ, ਉਹਦੇ ਵਿੱਚ ਤੁਹਾਡੀ ਆਪਣੀ ਅੱਛਾਈ ਜਿਹੜੀ ਹੋਰ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ। ਤੁਸੀਂ ਇਵਨ ਬੱਚਿਆਂ ਦੀ ਤੁਸੀਂ ਤਰਬੀਅਤ ਦੇ ਵਿੱਚ ਰੇਡੀਓ ਦਾ ਬੜਾ ਇੰਪੋਰਟੈਂਟ ਰੋਲ ਸੀ। ਇਹ ਸਾਰੀਆਂ ਚੀਜ਼ਾਂ ਅਸਾਂ ਛੱਡ ਦਿੱਤੀਆਂ ਨੇ ਵਿਦ ਦਾ ਪੈਸੇਜ ਆਫ ਟਾਈਮ। ਤੇ ਰੇਡੀਓ ਨੂੰ ਜਿਹੜਾ ਹੈ ਇਹਦੀ PR ਕਰਨ ਦੀ ਜ਼ਰੂਰਤ ਹੈ। ਇਹਦੇ ਵਿੱਚ ਜਿਕਣ ਅਸੀਂ ਦੇਖੋ ਨਾ, ਪੰਜਾਬੀ ਜ਼ਬਾਨ ਹੈ ਮਾਂ ਬੋਲੀ। ਅਗਲੇ ਦਿਨ ਮੈਂ ਪੜ੍ਹਦੀ ਪਈ ਸੀ ਕਿ 31 ਜਿਹੜੀ ਹੈ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਹੋਈ, ਅਸੀਂ ਕੀ ਕਰਨੇ, ਅਸੀਂ ਉਸ 'ਚ ਬਹਿ ਕੇ ਜ਼ੁਬਾਨ ਤੇ ਬਹਿਸ ਕਰਨੀ, ਸਾਡੀ ਜ਼ਬਾਨ ਕਿੰਝ ਸਹੀ ਹੋ ਸਕਦੀ ਹੈ, ਇਹਦੀ ਪ੍ਰਮੋਸ਼ਨ ਲਈ ਅਸੀਂ ਕੀ ਕਰ ਸਕਦੇ ਹਾਂ, ਇਹ ਕਿਸ ਤਰ੍ਹਾਂ ਇਨਵੇਡ ਹੋ ਰਹੀ ਹੈ ਸਾਡੀ ਜ਼ਬਾਨ, ਇਹਦੇ 'ਚ ਦੂਜੀਆਂ ਜ਼ਬਾਨਾਂ ਦੇ ਲਫ਼ਜ਼ ਐਡ ਹੋ ਰਹੇ ਨੇ, ਉਹ ਕਿਉਂ ਹੋ ਰਹੇ ਨੇ, ਅਸੀਂ ਇਹਨੂੰ ਅਸਲ ਵਿੱਚ ਅਸੀਂ ਇਹਨੂੰ ਅਸਾਸਾ ਸਮਝ ਕੇ ਪ੍ਰੀਜ਼ਰਵ ਕਰਨਾ ਚਾਹੁੰਦੇ ਹਾਂ। ਤੇ ਇਸੇ ਤਰ੍ਹਾਂ ਇਹ ਮੀਡੀਅਮ ਹੈ ਜਿਹੜਾ, ਇਹ ਵੀ ਬੜਾ ਇੰਪੋਰਟੈਂਟ ਹੈ, ਇਹਨੂੰ ਵੀ ਸਾਨੂੰ ਆਪਣਾ ਐਸੈਟ ਸਮਝ ਕੇ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਦੇ ਵਿੱਚ PR ਕਰਨੀ ਚਾਹੀਦੀ ਹੈ, ਇਹਦੀ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ, ਐਕਸਪਰਟਸ ਮਿਲ ਕੇ ਬੈਠਣ, ਉਹ ਵੇਖਣ ਕਿ ਵੇਖੋ ਨਾ ਜਿਕਣ ਹੁਣ ਪੈਂਡੈਮਿਕ ਗੁਜ਼ਰਿਆ, ਇਸ ਤਰ੍ਹਾਂ ਦੀ ਤਾਂ ਸਿਚੁਏਸ਼ਨ ਕਦੀ ਵੀ ਦੁਨੀਆ ਨੂੰ ਦੁਬਾਰਾ ਵੀ ਫੇਸ ਕਰਨੀ ਪੈ ਸਕਦੀ ਹੈ। ਤੇ ਐਸੀ ਸੂਰਤ ਹਾਲ ਵਿੱਚ ਸਾਡੇ ਕੋਲ ਕੋਈ ਐਸਾ ਪੇਟੈਂਟ ਮੀਡੀਅਮ ਹੋਏ ਇਨ ਕਮਿਊਨੀਕੇਸ਼ਨ ਦਾ ਜਿਹੜਾ ਆਸਾਨ ਹੋਵੇ ਤੇ ਜਿਹਦੀ ਪਹੁੰਚ ਜਿਹੜੀ ਉਹ ਸਾਡੀ 100% ਕਮਿਊਨਿਟੀ, ਚਲੋ 100% ਨਹੀਂ ਤੇ 95% ਕਮਿਊਨਿਟੀ ਤੱਕ ਤੇ ਹੋਵੇ। ਤੇ ਰੇਡੀਓ ਜਿਹੜਾ ਹੈ ਇੱਕ ਐਸਾ ਹੀ ਮੀਡੀਅਮ ਹੈ ਜਿਹੜਾ ਕਿ ਡਿਵੈਲਪਮੈਂਟ ਲਈ ਬੜਾ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਹੈ। ਤੇ ਇਹਨੇ ਕੀਤਾ ਹੈ, ਇਹ ਨਹੀਂ ਕਿ ਮੈਂ ਕੋਈ ਚਰਚ ਗੱਲ ਵੀ ਕਰਨੀ ਆ, ਇਹਦੇ ਵਿੱਚ ਰੇਡੀਓ ਨੇ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ। ਹਿਸਟੋਰੀਕਲੀ ਵੀ ਅਗਰ ਵੇਖੀਏ ਤਾਂ ਰੇਡੀਓ ਦਾ ਬੜਾ ਅਹਿਮ ਰੋਲ ਰਿਹਾ। ਤੇ ਇਨ ਕਨਕਲੂਜਨ ਇਹ ਹੀ ਹੈ ਕਿ ਸਾਨੂੰ ਰੇਡੀਓ ਦੀ ਜਿਹੜਾ ਐਫਰਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਰੇਡੀਓ ਨੂੰ ਬਿਹਤਰੀ ਲਈ ਯੂਜ਼ ਕੀਤਾ ਜਾ ਸਕੇ। ਇਸ ਐਂਡ ਨੋਟ ਦੇ ਨਾਲ ਹੀ ਮੈਂ ਤੁਹਾਡੀ ਮੇਜ਼ਬਾਨ ਜ਼ਿਲ੍ਹੇ ਹੁਮਾ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੀ ਹਾਂ। ਤੇ ਤੁਸੀਂ ਸੁਣ ਰਹੇ FM ਪੰਜਾਬ ਰੰਗ 99.4 ਤੇ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ। ਤੇ ਮੈਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਯੂਨੀਵਰਸਿਟੀ ਟਾਈਮ ਦੇ ਨਾਲ ਹੀ ਫਿਰ ਮੁਲਾਕਾਤ ਹੋਈ। ਰੱਬ ਰੱਖਾ।